ਸਿੱਧੂ ਸਾਹਿਬ ਅਕਸਰ ਕਹਿੰਦੇ ਹੁੰਦੇ ਸੀ, ਮੈਂ ਇਹਨਾਂ ਦੀ ਕਹਾਵਤ ਇਹਨਾਂ ਨੂੰ ਦੱਸਦਾ ਕਿ ਅੱਗ ਲਾ ਕੇ ਡੱਬੂ ਕੰਧ ਤੇ, ਉਹ ਸਾਰੀ ਕਾਂਗਰਸ ਲਾ ਕੇ ਅੱਗ ਤੇ ਡੱਬੂ ਕੰਧ ਤੇ ਬਹਿ ਗਿਆ। ਤੁਸੀਂ ਉਹਨਾਂ ਨੂੰ ਕਲਾਸ ਦਾ ਮੋਨੀਟਰ ਨਹੀਂ ਟੀਚਰ ਵੀ ਬਣਾ ਦਿਓ, ਅਗਲੀ ਉਹਨਾਂ ਦੀ ਡਿਮਾਂਡ ਹੋਊਗੀ ਮੈਂ ਪ੍ਰਿੰਸੀਪਲ ਬਣਨਾ ਚਾਹੁੰਦਾ, ਤੁਸੀਂ ਉਸ ਬੰਦੇ ਨੂੰ ਪ੍ਰਿੰਸੀਪਲ ਵੀ ਫਿੱਟ ਕਰ ਦਿਓ ਤੇ ਫਿਰ ਉਹ ਕਹੂਗਾ ਵੀ ਮੈਂ ਡੀਓ ਬਣਨਾ ਚਾਹੁੰਦਾ, ਤੇ ਅਖੀਰ ਮੈਂ ਉਹ ਕਿਤੇ ਵੀ ਸੈਟੀਸਫਾਈ ਨਹੀਂ ਹੋ ਸਕਦਾ। ਮੈਂ ਅੱਗੇ ਬਾਰ-ਬਾਰ ਕਹਿੰਦਾ ਵੀ ਇੰਨੀ ਛੇਤੀ ਤੇ ਤੁਹਾਡਾ ਬੱਚਾ ਨਹੀਂ ਰੁੱਸਦਾ ਯਾਰ, ਤੁਹਾਡੇ ਘਰ ਦੇ ਵਿੱਚ ਵੀ ਪਾਪਾ ਮੈਨੂੰ ਆਹ ਚਾਹੀਦਾ, ਤੁਹਾਡੀ ਘਰ ਵਾਲੀ ਨਹੀਂ ਰੁੱਸਦੀ ਜਿੰਨੀ ਛੇਤੀ ਸਿੱਧੂ ਸਾਹਿਬ ਰੁੱਸ ਕੇ ਬਹਿ ਜਾਂਦੇ ਨੇ। ਸਿਆਸਤ ਤੇ ਵਪਾਰ ਦੋ ਚੀਜ਼ਾਂ ਨਹੀਂ ਹੈਗੀਆਂ। ਸਿਆਸਤ ਸੇਵਾ ਜਿਹਨੂੰ ਸੋਚ ਸਮਝ ਕੇ ਕੀਤਾ ਜਾਵੇ, ਇਹਨੂੰ ਵਪਾਰ ਸਮਝਿਆ ਜਾਂਦਾ। ਇੱਥੇ ਜਿਹੜਾ ਮਿਨਿਸਟਰ ਸੀਗਾ ਉਹ ਸੁੱਖ ਸਰਕਾਰੀਆ ਮਾਈਨਿੰਗ ਮਿਨਿਸਟਰ, ਅਰਬਾਂ ਕਰੋੜਾਂ ਰੁਪਈਆ ਰੇਤਾ ਦੇ ਸਿਰ ਤੇ ਬਣਾ ਗਿਆ। ਆ ਪੁੱਡਾ ਡਿਪਾਰਟਮੈਂਟ ਦੇ ਵਿੱਚ ਕਈ ਇਹੋ ਜਿਹੀਆਂ ਜਗ੍ਹਾ ਨੇ ਤੁਹਾਡੇ ਲਾਗੇ, ਕੌਡੀਆਂ ਦੇ ਭਾਅ ਕਿਰਾਏ ਤੇ ਦੇ ਦਿੱਤੀਆਂ, 3-3 ਸਾਲ ਤੋਂ ਕਿਰਾਇਆ ਹੀ ਨਹੀਂ ਜਮਾ ਹੋਇਆ ਉਹਨਾਂ ਚੀਜ਼ਾਂ ਦਾ। ਇਹ ਵੀ ਤੇ ਸਾਰੇ ਭ੍ਰਿਸ਼ਟ ਸੀਗੇ। ਫਿਰ ਰਾਣਾ ਗੁਰਜੀਤ ਨੂੰ ਤੂੰ ਕੱਲਾ ਕੋਈ ਬਹਾਨਾ ਬਣਾ ਰਿਹਾ। ਸਰਕਾਰ ਕੋਲ ਟਾਈਮ ਕਿੰਨਾ ਬਚਿਆ? ਅਕਤੂਬਰ, ਨਵੰਬਰ, ਦਸੰਬਰ, 3 ਮਹੀਨਿਆਂ ਦੇ ਵਿੱਚ 12 ਕਿ 13 ਹਫ਼ਤੇ ਨੇ। 2 ਹਫ਼ਤੇ ਤੇ ਤੁਸੀਂ ਖਰਾਬ ਕਰ ਲਏ, 10 ਹਫ਼ਤੇ ਨੇ ਅੱਗੋਂ ਛੁੱਟੀਆਂ ਨੇ। ਰਿਜ਼ਲਟ ਤੁਸੀਂ ਕੀ ਦੇ ਰਹੇ ਹੋ? ਕੱਲਾ ਸੜਕ ਤੇ ਜਾਂਦੇ ਸ਼ਗਨ ਪਾ ਦੇਣਾ, ਬਾਟੇ 'ਚ ਚਾਹ ਪੀ ਲੈਣੀ। ਇਹ ਸਾਨੂੰ ਸਾਦਾਪਨ ਤੁਹਾਡਾ ਵਧੀਆ ਲੱਗਦਾ, ਪਰ ਲੋਕ ਹੁਣ ਰਿਜ਼ਲਟ ਮੰਗਣਗੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਦਿੱਤਾ। ਅਜੇ ਤੱਕ ਕਈ ਅਫਸਰ ਤੁਹਾਨੂੰ ਮੁੱਖ ਮੰਤਰੀ ਮੰਨਣ ਨੂੰ ਤਿਆਰ ਨਹੀਂ ਹੈਗੇ। ਤੁਹਾਡੇ 'ਚ ਨਰਮੀ ਦੇਖੋ, ਸਾਦਾਪਨ ਪਬਲਿਕਲੀ ਹੋਣਾ ਚਾਹੀਦਾ ਕਿ ਸਾਨੂੰ ਲੱਗੇ ਸਾਡਾ ਮੁੱਖ ਮੰਤਰੀ ਸਾਡੀ ਸੁਣਦਾ, ਪਰ ਅਫਸਰਸ਼ਾਹੀ ਦੇ ਉੱਤੇ ਤੇ ਤੁਹਾਡੀ ਇੱਕ ਦਹਿਸ਼ਤ ਜਾਂ ਤੁਹਾਡਾ ਇੱਕ ਰਬਾਬ ਹੋਣਾ ਚਾਹੀਦਾ ਨਾ, ਉਹਨੂੰ ਕਾਇਮ ਕਰੋ। ਪੰਜਾਬ ਰਿਜ਼ਲਟ ਮੰਗ ਰਿਹਾ, 5-7-10 ਦਿਨਾਂ ਦੇ ਵਿੱਚ ਤੁਹਾਡਾ ਹਨੀਮੂਨ ਪੀਰੀਅਡ ਜਿਹੜਾ ਉਹ ਖਤਮ ਹੋ ਗਿਆ ਅੱਜ ਦੀ ਤਰੀਕ ਦੇ ਵਿੱਚ। ਚੰਨੀ ਸਾਹਿਬ ਕੱਲ੍ਹ ਉਹ ਨਰਮਾ ਦੇਖਣ ਜਾ ਰਹੇ ਨੇ ਤੇ ਡਿਪਟੀ ਚੀਫ ਮਿਨਿਸਟਰ ਤੇ ਚਰਨਜੀਤ ਸਿੰਘ ਚੰਨੀ ਇਸ ਤਰ੍ਹਾਂ ਕਰਕੇ ਹੈਲੀਕਾਪਟਰ ਦੇ ਅੱਗੇ ਫੋਟੋ ਖਿਚਾ ਰਹੇ ਨੇ। ਇਹ ਖਿਡੌਣਾ ਥੋੜੀ ਲੈ ਕੇ ਦਿੱਤਾ ਕਿਸੇ ਨੇ ਵੀ ਆਪਾਂ ਇਹਦੇ ਅੱਗੇ ਜਿੱਦਾਂ ਬੱਚੇ ਨੂੰ ਕੋਈ ਗੱਡੀ ਲੈ ਦਿੱਤੀ ਹੈ ਤੇ ਉਹਦੇ ਅੱਗੇ ਫੋਟੋਆਂ। ਤੁਹਾਡੀ ਕੋਈ ਬੰਦਾ ਫੋਟੋ ਖਿੱਚ ਕੇ ਪਾ ਦੇਵੇ ਵੀ ਉਹ ਹੈਲੀਕਾਪਟਰ 'ਚ ਸਵਾਰ ਹੋ ਕੇ ਜਾ ਰਹੇ ਨੇ, ਉਹ ਤੇ ਚੀਜ਼ ਸਮਝ ਆਉਂਦੀ ਹੈ। ਔਰ ਉਹ ਡੀਐਸਪੀ ਕਈ ਪੱਤਰਕਾਰਾਂ ਨੂੰ ਵਰਸ਼ਨ ਕੀ ਦੇ ਰਿਹਾ, ਰੰਧਾਵਾ ਸਾਹਿਬ ਬਹਿ ਗਏ ਸੀ ਤੇ ਮੰਜਾ ਪਾਵਾ ਚੁੱਕਿਆ ਗਿਆ ਸੀ ਤਾਂ ਮੈਂ ਲੱਤ ਰੱਖਦੀ ਸੀ। ਇਹ ਕੋਈ ਤਰੀਕਾ ਲੱਤ ਰੱਖਣ ਦਾ? ਜੇ ਚੰਨੀ ਹੋਣਾ ਦੇ ਲੱਤ ਦੇ ਉੱਤੇ ਕੋਈ ਕੀੜਾ ਚੜਦਾ ਹੋਊਗਾ ਤਾਂ ਤੂੰ ਠੁੱਡ ਮਾਰ ਕੇ ਥੋੜੀ ਲਾਏਗਾ ਯਾਰ। ਤੁਸੀਂ ਸੋਨੇ ਦੇ ਵੀ ਬਣ ਕੇ ਵਿਖਾ ਦਿਓ ਤੇ ਉਹਨਾਂ ਤੁਹਾਨੂੰ ਮਾੜਾ ਹੀ ਲਿਖਣਾ। ਤੁਹਾਡੇ ਬੰਦੇ ਇਹੋ ਜਿਹੇ ਹੋਣਗੇ ਵੀ ਤੁਸੀਂ ਕੁੱਤੇ ਤੋਂ ਕੁੱਤਾ ਕੰਮ ਕਰਦੇ ਹੋ ਤੇ ਉਹਨਾਂ ਥੱਲੇ ਅੰਗੂਠਾ ਹੀ ਬਣਾਉਣਾ ਵੀ ਭਾਜੀ ਵੈਰੀ ਗੁੱਡ। ਪੰਜਾਬ ਦੇ ਵਿੱਚ ਇੰਨੀਆਂ ਪਲਟੀਆਂ ਸ਼ਾਇਦ ਹੀ ਕਿਸੇ ਵੀ ਸਿਆਸਤ ਨੇ ਮਾਰੀਆਂ ਹੋਣ ਜਿੰਨੀਆਂ ਪੰਜਾਬ ਦੇ ਵਿੱਚ ਲਗਾਤਾਰ ਵੱਜ ਰਹੀਆਂ ਨੇ। ਦੇਖਿਆ ਜਾਵੇ ਤਾਂ ਪਹਿਲਾਂ ਲਗਾਤਾਰ ਕੁਰਸੀ ਦੀ ਲੜਾਈ ਲੱਗੀ ਸੀ। ਜਿੰਨੇ ਵੀ ਪੰਜਾਬ ਦੇ ਸਿਆਸਤਦਾਨ ਸਨ, ਜਿਹੜੇ ਵੀ ਸੂਬਾ ਸਰਕਾਰ ਜਿਹੜੀ ਕਿ ਕਾਂਗਰਸ ਸਰਕਾਰ ਹੈ, ਇਹਨਾਂ ਦੇ ਵਿੱਚ ਜਿੰਨੇ ਵੀ ਨੁਮਾਇੰਦੇ ਨੇ ਉਹਨਾਂ ਦੀਆਂ ਲਗਾਤਾਰ ਲੜਾਈ ਚੱਲ ਰਹੀ ਸੀ ਕਿ ਇਹ ਕੁਰਸੀ ਸਾਨੂੰ ਚਾਹੀਦੀ ਹੈ, ਇਹ ਕੁਰਸੀ ਸਾਨੂੰ ਚਾਹੀਦੀ ਆ। ਤਾਂ ਕੁਰਸੀਆਂ ਦੀ ਲੜਾਈ ਲਗਾਤਾਰ ਰਹੀ ਸੀ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਧਾਨ ਬਣਾ ਦਿੱਤਾ ਗਿਆ। ਫਿਰ ਥੋੜੀ ਦੇਰ ਹੋਰ ਲੜਾਈ ਚੱਲੀ, ਕੈਪਟਨ ਅਮਰਿੰਦਰ ਸਿੰਘ ਵੱਲੋਂ ਅਸਤੀਫਾ ਦੇ ਦਿੱਤਾ ਗਿਆ। ਤਾਂ ਹੁਣ ਅੱਜ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਵੀ ਪੰਜਾਬ ਪ੍ਰਧਾਨ ਦੇ ਤੋਂ ਅਸਤੀਫਾ ਦੇ ਦਿੱਤਾ ਗਿਆ। ਤਾਂ ਹੋ ਕੀ ਰਿਹਾ, ਕੀ ਐਪੀਸੋਡ ਚਲਾ ਦਿੱਤਾ ਵਾ ਪੰਜਾਬ ਦੇ ਵਿੱਚ ਪੰਜਾਬ ਦੇ ਸਿਆਸਤਦਾਨਾਂ ਨੇ। ਮਨਦੀਪ ਸਿੰਘ ਮੰਨਾ ਸਾਡੇ ਨਾਲ ਮੌਜੂਦ ਹੈ। ਮੰਨਾ ਜੀ, ਕਿਸ ਤਰ੍ਹਾਂ ਦੇਖਦੇ ਆ ਸਾਰਾ ਤਾਲਮੇਲ, ਕੀ ਮਿਲ ਰਿਹਾ? ਲੱਗਦਾ ਨਹੀਂ ਪਿਆ ਕਿ ਪੰਜਾਬ ਨੂੰ ਕੋਈ ਚਲਾਉਣ ਵਾਸਤੇ ਬੈਠਾ। ਸੁਖਚੈਨ ਜੀ, ਮੇਰਾ ਖਿਆਲ ਉਸ ਦਿਨ ਵੀ ਤੁਹਾਨੂੰ ਇਹ ਮੈਂ ਕਿਹਾ ਸੀਗਾ ਕਿ ਸਿੱਧੂ ਸਾਹਿਬ ਦਾ ਪ੍ਰਧਾਨ ਬਣਨਾ, ਸਿੱਧੂ ਸਾਹਿਬ ਦੇ ਕਹਿਣ ਤੇ ਸਾਰੀ ਸਰਕਾਰ ਪਲਟਣਾ, ਔਰ ਇੰਨੀ ਤਾਕਤ ਜਿਹੜੀ ਸਿੱਧੂ ਸਾਹਿਬ ਨੂੰ ਮਿਲਣਾ। ਔਰ ਮੈਂ ਉਸ ਦਿਨ ਬੋਲਿਆ ਸੀ ਤੁਹਾਡੇ ਕਿ ਕਈ ਵਾਰੀ ਕੁੱਤੇ ਨੂੰ ਘਿਓ ਨਹੀਂ ਪਚਦਾ। ਐਡੀ ਵੱਡੀ ਤਾਕਤ ਤੇ ਇੰਨਾ ਵੱਡਾ ਉਹਨਾਂ ਨੂੰ ਮਾਨ ਸਨਮਾਨ ਮਿਲਿਆ। ਔਰ ਮੈਂ ਬੜੀ ਵਾਰੀ ਇਹ ਬਾਰ-ਬਾਰ ਕਿਹਾ ਕਿ ਸਿੱਧੂ ਸਾਹਿਬ ਇੱਕ ਐਕਸੀਡੈਂਟਲ ਕੇਸ ਨੇ। ਇਹ ਗੱਡੀ ਫਰਾਰੀ ਹੈ ਔਰ ਕੰਪਨੀਆਂ ਦੇ ਵਿੱਚ ਬ੍ਰੇਕ ਪਾਉਣਾ ਭੁੱਲ ਗਈ ਹੈ ਔਰ ਥੋੜੇ ਦਿਨਾਂ 'ਚ ਇਹ ਚੰਨੀ ਦੇ ਵਿੱਚ ਵੱਜ ਜਾਣਗੇ। ਮੈਂ ਕਿਹਾ ਸੀ, ਮੈਂ ਤੇ ਸਗੋਂ ਇਹਨਾਂ ਦੀ ਭਵਿੱਖਬਾਣੀ ਕੀਤੀ ਸੀਗੀ ਕਿ 10 ਤਰੀਕ ਦੇ ਤੱਕ 2 ਤਰੀਕ ਤੱਕ ਇਹਨਾਂ ਦਾ ਐਕਸੀਡੈਂਟ ਹੋ ਜਾਊਗਾ, 10-15 ਦਿਨਾਂ 'ਚ। ਤੇ ਮੈਨੂੰ ਕਈ ਤੁਹਾਡੇ ਵਰਗੇ ਸੱਜਣਾਂ ਦੇ ਫੋਨ ਆਏ ਕਿ ਇਹ ਤੇ ਅੱਜ ਹੀ ਜਿਹੜਾ ਇਹ ਹੋ ਗਿਆ। ਹੋ ਸਕਦਾ ਅੱਜ ਉਹਨੇ ਅਸਤੀਫਾ ਦਿੱਤਾ, ਉਹਦਾ ਅਸਤੀਫਾ ਪ੍ਰਵਾਨ ਹੋਵੇ ਜਾਂ ਨਾ ਹੋਵੇ। ਕਾਂਗਰਸ ਨੂੰ ਉਹਦੀ ਕਿੰਨੀ ਕੁ ਲੋੜ ਹੈ, ਇਹ ਕਾਂਗਰਸ ਦਾ ਅੰਦਰੂਨੀ ਮੈਟਰ ਹੈ। ਪਰ ਮੈਂ ਇਹ ਕਿਹਾ ਸੀਗਾ ਕਿ ਉਹ ਕਿਸੇ ਨੂੰ ਵੀ ਬਰਦਾਸ਼ਤ ਨਹੀਂ ਕਰ ਸਕਦਾ। ਉਹਦੇ ਵਾਸਤੇ ਠਰਮੇ ਨਾਲ ਤੇ ਸੰਯਮ ਨਾਲ ਚੱਲਣਾ ਉਹਦੇ ਵੱਸ 'ਚ ਨਹੀਂ ਹੈਗਾ, ਉਹਦੇ ਸੁਭਾਅ 'ਚ ਹੀ ਨਹੀਂ ਹੈਗਾ। ਔਰ ਉਸ ਬੰਦੇ ਬਾਰੇ ਜੇ ਮੈਂ ਇਹ ਗੱਲ ਕਹਿ ਲਵਾਂ ਕਿ ਇਹ ਇੰਪੋਰਟੈਂਟ ਬੰਦਾ ਹੁੰਦਾ ਨਾ, ਜਿਹਨੂੰ ਨਪੁੰਸਕ ਕਹਿੰਦੇ, ਰਾਜਨੀਤਿਕ ਪੋਲੀਟੀਕਲ ਇੰਪੋਰਟੈਂਟ ਜਿਹੜਾ ਉਹ ਬੰਦਾ ਹੈ, ਇੰਪੋਰਟੈਂਟ ਬੰਦਾ ਵੀ ਉਹ ਨਪੁੰਸਕ ਹੈ ਸਿਆਸਤ ਦੇ ਵਿੱਚ। ਸਿਆਸਤ ਦੇ ਉਹ ਫਿੱਟ ਹੀ ਨਹੀਂ ਹੈਗਾ, ਉਹਨੂੰ ਇਹ ਆਉਂਦੀ ਨਹੀਂ। ਹਰ ਗੱਲ
ਸਿਆਸਤਦਾਨ ਉਹ ਹੋਣਾ ਚਾਹੀਦਾ ਜਿੱਦਾਂ ਪ੍ਰਕਾਸ਼ ਸਿੰਘ ਬਾਦਲ ਸੀਗੇ, ਕੈਪਟਨ ਅਮਰਿੰਦਰ ਸਿੰਘ ਦੇ ਵੀ ਤੁਸੀਂ ਮਤਲਬ ਉਹਨੂੰ ਸੁਣਾ ਸਕਦੇ ਸੀ। ਜਿਹੜੇ ਬੰਦੇ ਨੇ ਕੋਈ ਸਲਾਹ ਹੀ ਨਹੀਂ ਲੈਣੀ, ਮਤਲਬ ਕਿਸੇ ਨਾਲ ਗੱਲ ਹੀ ਨਹੀਂ ਕਰਨੀ, ਤੁਸੀਂ ਉੱਥੇ ਚਲੇ ਜਾਓ, ਉਹਨੂੰ ਕਹੋ ਵੀ ਆਹ ਇਸ ਤਰੀਕੇ ਹੋਣਾ ਜਾਂ ਇਸ ਤਰ੍ਹਾਂ, ਉਹ ਨਹੀਂ 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 ਛੋਟੇ ਵੀਰ ਮੈਨੂੰ ਸਾਰਾ ਕੁਝ ਪਤਾ ਹੈ, ਸਾਰਾ ਕੁਝ ਪਤਾ ਹੈ। ਜਦੋਂ ਤੁਸੀਂ ਆਪਣੀ ਮਰਜ਼ੀ ਦੇ ਨਾਲ ਚਲਾਉਣਾ, ਤੇ ਅੱਜ ਤੱਕ ਠੀਕ ਹੈ ਤੁਸੀਂ ਪ੍ਰਮਾਤਮਾ ਦਾ ਦਿੱਤਾ ਮਤਲਬ ਖਟਿਆ ਖਾਂਦੇ ਹੋ ਕਿ ਤੁਸੀਂ ਇੱਕ ਸੈਲੀਬ੍ਰਿਟੀ ਬਣ ਕੇ ਜਦੋਂ ਤੁਸੀਂ ਕ੍ਰਿਕਟ ਖੇਡਿਆ, ਦੂਜਾ ਤੁਹਾਡੇ ਕੋਲ ਬੋਲਣ ਦਾ ਇੱਕ ਆਰਟ ਜਾਂ ਤੁਹਾਡੇ ਕੋਲ ਇਹ ਓਰੇਟਰ ਤੁਸੀਂ ਜਿਹੜੇ ਉਹ ਚੰਗੇ ਸੀਗੇ ਤੇ ਉਹਦਾ ਤੁਸੀਂ ਖੱਟਿਆ ਖਾ ਰਹੇ ਹੋ। ਅੱਜ ਤੱਕ ਕੋਈ ਇੱਕ ਫੀਲਡ ਮੈਨੂੰ ਦੱਸ ਦਿਓ ਜਿਹਦੇ ਵਿੱਚ ਸਿੱਧੂ ਸਾਹਿਬ ਨੂੰ, ਜਿੱਦਾਂ ਤੁਸੀਂ ਮਤਲਬ ਕੱਲ ਨੂੰ ਰਿਟਾਇਰ ਹੁੰਦੇ ਹੋ ਜਾਂ ਆਪਣੀ ਉਮਰ 'ਚ ਜਾ ਕੇ, ਤੇ ਤੁਹਾਡੀ ਇੱਕ ਫੇਅਰਵੈਲ ਪਾਰਟੀ ਕੀਤੀ ਜਾਂਦੀ ਹੈ। ਸਿੱਧੂ ਸਾਹਿਬ ਨੂੰ ਅੱਜ ਤੱਕ ਕਿਸੇ ਨੇ ਫੇਅਰਵੈਲ ਪਾਰਟੀ ਦਿੱਤੀ? ਸਕੂਲ ਟਾਈਮ ਤੋਂ ਲੈ ਕੇ ਕਾਲਜ ਟਾਈਮ ਤੋਂ ਲੈ ਕੇ ਲਾਅ ਕਰਦਾ ਰਿਹਾ ਤੁਸੀਂ ਇਹਦੇ ਵਿੱਚ ਕਮੈਂਟਰੀ ਚਲਾ ਲਓ, ਕ੍ਰਿਕਟ ਚਲਾ ਲਓ, ਵੀ ਮਾਣ ਸਨਮਾਨ ਨਾਲ ਕਿਸੇ ਨੂੰ ਤੋਰਿਆ ਜਾਂਦਾ। ਇੱਕ ਥਾਂ ਦੱਸ ਦਿਓ ਜਿੱਥੇ ਇਹਨਾਂ ਝਗੜਾ ਕਰਕੇ ਮਤਲਬ ਬਾਹਰ ਨਾ ਆਏ ਹੋਣ। ਜਦੋਂ ਫਿਲਮਾਂ ਦੇ ਵਿੱਚ ਵੇਖਦੇ ਹੋ ਨਾ, ਹਿੰਦੀ ਫਿਲਮਾਂ 'ਚ ਇੱਕ ਕਰੈਕਟਰ ਹੀ ਇਹੋ ਜਿਹਾ ਹੁੰਦਾ, ਉਹ ਜਿਹੜੀ ਘਰਾਂ ਦੇ ਵਿੱਚ ਉਹ ਪਵਾੜੇ ਪਾਉਂਦੀ, ਉਹ ਲਲਿਤਾ ਪਵਾਰ। ਇਹ ਪੰਜਾਬ ਦੀ ਸਿਆਸਤ ਦੀ ਲਲਿਤਾ ਪਵਾਰ ਨੇ ਨਵਜੋਤ ਸਿੰਘ ਸਿੱਧੂ ਵੀ ਸਵਾਏ ਲੜਾਈ ਝਗੜੇ ਤੋਂ, ਇੱਕ ਦੂਜੇ ਨੂੰ ਲੜਾਉਣ ਤੋਂ, ਇੱਕ ਦੂਜੇ ਨੂੰ ਮਤਲਬ ਆਪਸ ਦੇ ਵਿੱਚ ਜੁੱਤੀ ਕਰਾਉਣ ਤੋਂ, ਤੀਜਾ ਇਹਨਾਂ ਦਾ ਕੰਮ ਹੀ ਨਹੀਂ ਹੈਗਾ ਕੋਈ। ਸਿਆਸਤਦਾਨਾਂ ਦਾ ਨਾਲ ਦੇਖਿਆ ਜਾਵੇ ਤਾਂ ਮੰਨਾ ਜੀ, ਤੁਹਾਨੂੰ ਕਾਫੀ ਦੇਰ ਅਸੀਂ ਕਹਿ ਸਕਦੇ ਕਿ ਉਲਝਦੇ ਆ ਜਾਂ ਫਿਰ ਉਹਨਾਂ ਦੇ ਭੇਦ ਖੋਲਦੇ ਆ ਕਾਫੀ ਦੇਰ ਹੋ ਚੁੱਕੀ ਆ। ਤੁਹਾਡੇ ਦਿਮਾਗ 'ਚ ਕੀ ਆਂਦਾ, ਸਿੱਧੂ ਸਾਹਿਬ ਚਾਹੁੰਦੇ ਕੀ ਆ, ਕਰਨਾ ਕੀ ਚਾਹੁੰਦੇ ਆ? ਮੈਨੂੰ ਜਾਂ ਤੇ ਉੱਚਾ ਅਹੁਦਾ 'ਚ ਮਿਲੇ, ਜੇ ਪ੍ਰਧਾਨ ਹੋਵਾਂ ਤੇ ਮੈਂ ਆਵਾਂ, ਤੇ ਇਲੈਕਸ਼ਨ ਹੀ ਨਹੀਂ ਹੋਵੇ, ਇਸ ਤਰ੍ਹਾਂ ਦੀ ਗੱਲ ਚਾਹੁੰਦੇ ਨਹੀਂ, ਜਾਂ ਚਾਹੁੰਦੇ ਕੀ? ਦੇਖੋ ਸਿੱਧੂ ਸਾਹਿਬ ਇਸ ਤੋਂ ਉੱਚਾ ਅਹੁਦਾ ਉਹਨਾਂ ਨੂੰ ਕੀ ਮਿਲ ਸਕਦਾ ਸੀ? ਦੇਸ਼ ਦੇ ਪ੍ਰਧਾਨ ਮੰਤਰੀ ਬਣਨੋਂ ਤੇ ਰਹੇ ਵੀ ਇੱਕ ਸੀਐਮ ਸੀਗਾ, ਜਿੱਦਾਂ ਰਾਬੜੀ ਦੇਵੀ ਸੀ ਤੇ ਲਾਲੂ ਪ੍ਰਸ਼ਾਦ ਪਿੱਛੇ ਕਿੰਗ ਮੇਕਰ ਸੀਗਾ, ਤੇ ਸਿੱਧੂ ਸਾਹਿਬ ਤੇ ਉਸ ਤਰੀਕੇ ਬਣ ਚੁੱਕੇ ਸੀ ਸੁਪਰ ਸੀਐਮ। ਪਰ ਉਹਨੂੰ ਇਹ ਲੱਗਦਾ ਸੀਗਾ ਕਿ ਉਹ ਜਦੋਂ ਸਿਆਸਤ ਇਹਨਾਂ ਦੀ ਬਦਲੀ ਹੈ, ਸੁੱਖੀ ਰੰਧਾਵਾ ਮੁੱਖ ਮੰਤਰੀ ਬਣਨ ਲੱਗਦੇ ਨੇ, ਸੁਨੀਲ ਜਾਖੜ ਮੁੱਖ ਮੰਤਰੀ ਬਣਨ ਲੱਗਦੇ ਨੇ, ਤੇ ਸਿੱਧੂ ਸਾਹਿਬ ਨੂੰ ਡਰ ਸਤਾਉਂਦਾ ਸੀ ਕਿ ਮੇਰੇ ਕੋਲ ਲੱਥਣਗੇ ਨਹੀਂ, ਤਾਕਤਵਰ ਬੰਦੇ ਨੇ। ਉਹਨਾਂ ਚੰਨੀ ਨੂੰ ਸਮਝ ਲਿਆ ਕਮਜ਼ੋਰ ਕੜੀ। ਜਦੋਂ ਉਹ ਬਣ ਜਾਂਦਾ ਤੇ ਜੋ ਲੋਕਾਂ 'ਚ ਉਹਦੀ ਮਤਲਬ ਪਪੂਲੈਰਿਟੀ ਤੇ ਜੋ ਲੋਕਪ੍ਰਿਅਤਾ ਵੇਖਣ ਨੂੰ ਮਿਲੀ, ਉਹਦੇ ਸਾਦੇ ਪਾਉਂਦੀ, ਜੇ ਕੰਮਾਂ ਦੇ ਰਿਜ਼ਲਟ 5-7 ਦਿਨ ਬਾਅਦ ਨੁਕਤਾਚੀਨੀ ਸ਼ੁਰੂ ਹੋ ਜਾਏਗੀ ਜੇ ਨਹੀਂ ਰਿਜ਼ਲਟ ਦੇਣਗੇ। ਤੇ ਉਹ ਲਹਿਜਾ ਸਿੱਧੂ ਸਾਹਿਬ ਨੂੰ ਪਸੰਦ ਹੀ ਨਹੀਂ ਆਇਆ, ਕਿਉਂਕਿ ਉਹ ਟੀਸੀ ਦੇ ਬੇਰ ਨੂੰ ਹੱਥ ਪਾਉਣਾ ਚਾਹੁੰਦੇ ਨੇ, ਵੀ ਮੁੱਖ ਮੰਤਰੀ ਉਹ ਆਪ ਬਣਨਾ ਚਾਹੁੰਦੇ ਸੀਗੇ। ਇਹ ਤੇ ਮਜਬੂਰੀ 'ਚ ਮਤਲਬ ਐਕਸੀਡੈਂਟਲ ਕੇਸ ਹੋ ਗਿਆ, ਜਿਵੇਂ ਮਨਮੋਹਨ ਸਿੰਘ ਬਣੇ ਸੀਗੇ ਤੇ ਇੱਕ ਫਿਲਮ ਆਈ ਸੀ ਉਹਨਾਂ ਦੇ ਉੱਤੇ, ਉਹ ਐਡੇ ਕਾਬਲ ਨਿਕਲੇ। ਜੇ ਚੰਨੀ ਸਾਹਿਬ ਵੀ ਬਣ ਗਏ ਤੇ ਜਿਸ ਤਰੀਕੇ ਉਹ ਆਪਣੇ ਵਿਚਾਰ ਦੱਸ ਰਹੇ ਆ, ਤੇ ਲੱਗਦਾ ਵੀ ਯਾਰ ਚਲੋ ਪੰਜਾਬ 'ਚ ਕੋਈ ਬਦਲਾਅ ਆ ਸਕਦਾ, ਪਰ ਜਿਹੜਾ ਉਹਨਾਂ ਝੁਰਮਟ ਇਕੱਠਾ ਕਰ ਲਿਆ, ਕੋਈ ਬਦਲਾਅ ਆਉਣ ਦੇ ਬਹੁਤੇ ਚਾਂਸ ਨਹੀਂ ਹੈਗੇ। ਉਸ ਤਰੀਕੇ ਸਿੱਧੂ ਸਾਹਿਬ ਮੁੱਖ ਮੰਤਰੀ ਦੀ ਕੁਰਸੀ ਨੂੰ ਹੱਥ ਪਾਉਣਾ ਚਾਹੁੰਦੇ ਸੀਗੇ। ਜਦੋਂ ਉਹਨਾਂ ਨੂੰ ਲੱਗਾ ਕਿ ਹੁਣ ਮੇਰੇ ਹੱਥੋਂ ਖਿਸਕ ਰਹੀ ਹੈ, ਉਹਨਾਂ ਨੇ ਇੱਕ ਬਹਾਨਾ ਬਣਾ ਲਿਆ, ਮਤਲਬ ਰਾਣਾ ਗੁਰਜੀਤ ਸਿਰਫ ਬਹਾਨਾ, ਕਿ ਤੁਸੀਂ ਰਾਣੇ ਗੁਰਜੀਤ ਨੂੰ ਮੰਤਰੀ ਬਣਾ ਲਿਆ, ਉਹ ਰੇਤ ਮਾਫੀਆ ਦੇ ਵਿੱਚ ਰਿਹਾ, ਆਹ ਕੀਤਾ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ, ਜਿਹੜੇ ਹੁਣ ਬਾਕੀ ਮੰਤਰੀ ਬਣੇ ਨੇ, ਤੁਹਾਡੇ ਸਲਾਹਕਾਰ ਦੀ ਪਤਨੀ ਵੀ ਬਣੀ ਹੈ, ਉਹ ਪਹਿਲਾਂ ਟਰਾਂਸਪੋਰਟ ਮਿਨਿਸਟਰ ਸੀਗੇ, ਤੇ ਥੋੜੀ ਕਰਪਸ਼ਨ ਹੈ ਯਾਰ ਟਰਾਂਸਪੋਰਟ ਮਹਿਕਮੇ ਦੇ ਵਿੱਚ। ਰਾਣੇ ਗੁਰਜੀਤ ਨੇ ਤੇ ਖੱਡਾਂ ਦੇ ਪੈਸੇ ਦਿੱਤੇ ਸੀਗੇ, ਮਤਲਬ ਮੈਂ ਕਿਸੇ ਨੂੰ ਕਲੀਨ ਚਿੱਟ ਨਹੀਂ ਦਿੰਦਾ, ਮੈਂ ਬਾਰ-ਬਾਰ ਹਰ ਭਰਾ ਨੂੰ ਇਹ ਕਹਿ ਰਿਹਾ। ਪਰ ਇੱਥੇ ਜਿਹੜਾ ਮਿਨਿਸਟਰ ਸੀਗਾ ਉਹ ਸੁੱਖ ਸਰਕਾਰੀਆ ਮਾਈਨਿੰਗ ਮਿਨਿਸਟਰ, ਅਰਬਾਂ ਕਰੋੜਾਂ ਰੁਪਈਆ ਮਤਲਬ ਰੇਤਾ ਦੇ ਸਿਰ ਤੇ ਬਣਾ ਗਿਆ। ਆ ਪੁੱਡਾ ਡਿਪਾਰਟਮੈਂਟ ਦੇ ਵਿੱਚ ਕਈ ਇਹੋ ਜਿਹੀਆਂ ਜਗ੍ਹਾ ਨੇ ਤੁਹਾਡੇ ਲਾਗੇ, ਕੌਡੀਆਂ ਦੇ ਭਾਅ ਕਿਰਾਏ ਤੇ ਦੇ ਦਿੱਤੀਆਂ, 3-3 ਸਾਲ ਤੋਂ ਕਿਰਾਇਆ ਹੀ ਨਹੀਂ ਜਮਾ ਹੋਇਆ ਉਹਨਾਂ ਚੀਜ਼ਾਂ ਦਾ। ਇਹ ਵੀ ਤੇ ਸਾਰੇ ਭ੍ਰਿਸ਼ਟ ਸੀਗੇ। ਫਿਰ ਰਾਣਾ ਗੁਰਜੀਤ ਨੂੰ ਤੂੰ ਕੱਲਾ ਕੋਈ ਬਹਾਨਾ ਬਣਾ ਰਿਹਾ, ਤੇਰੀ ਜਿਹੜੀ ਸਾਰੀ ਟੀਮ ਸੀਗੀ ਤੇਰੇ ਆਲੇ ਦੁਆਲੇ ਵਾਲੇ ਸਿਰੇ ਦੇ ਮਤਲਬ ਚੋਰ ਨੇ। ਤੁਸੀਂ ਆਪ ਪਰਿਵਾਰ ਐਡਾ ਵੱਡਾ ਠੱਗ ਹੋ, ਤੁਸੀਂ ਇਮਾਨਦਾਰੀ ਦੀਆਂ ਗੱਲਾਂ ਕੀ ਕਰਦੇ ਹੋ? ਸਿਰਫ ਬਹਾਨਾ ਬਣਾਇਆ ਗਿਆ, ਔਰ ਭੌਂ ਝੌਂ ਕੇ ਗੱਲ ਫਿਰ ਮੁੱਖ ਮੰਤਰੀ ਦੇ ਚਿਹਰੇ ਤੇ ਆਊਗੀ। ਮਤਲਬ ਜਿਵੇਂ ਘਰ ਦੇ ਵਿੱਚ ਲੜਾਈ ਕਰਨੀ ਹੋਵੇ ਨਾ, ਵੀ ਕਿਸੇ ਵੇਲੇ ਗੁੱਸਾ ਹੋਵੇ ਤੇ ਘਰ ਦੀ ਨੂੰ ਕਹੀਦਾ ਵੀ ਉਹ ਸਬਜ਼ੀ 'ਚੋਂ ਵਾਲ ਨਿਕਲ ਆਇਆ, ਤੇ ਬਹਾਨੇ ਨਾਲ ਤੁਸੀਂ ਲੜਾਈ ਚਾਹੁੰਦੇ ਸੀ, ਉਹ ਲੜਾਈ ਤੁਸੀਂ ਕਰ ਲਈ। ਤੇ ਸਿੱਧੂ ਸਾਹਿਬ ਅਕਸਰ ਕਹਿੰਦੇ ਹੁੰਦੇ ਸੀ, ਮੈਂ ਇਹਨਾਂ ਦੀ ਕਹਾਵਤ ਇਹਨਾਂ ਨੂੰ ਦੱਸਦਾ, ਕਿ ਅੱਗ ਲਾ ਕੇ ਡੱਬੂ ਕੰਧ ਤੇ ਉਹ ਸਾਰੀ ਕਾਂਗਰਸ ਲਾ ਕੇ ਅੱਗ ਤੇ ਡੱਬੂ ਕੰਧ ਤੇ ਬਹਿ ਗਿਆ। ਮਤਲਬ ਇਹੋ ਜਿਹੇ ਹਾਲਾਤ ਨੇ, ਉਹਨਾਂ ਨੂੰ ਸੈਟੀਸਫਾਈ ਕੀਤਾ ਹੀ ਨਹੀਂ ਜਾ ਸਕਦਾ। ਉਹ ਜਿਸ ਤਰ੍ਹਾਂ ਦਾ ਮਾਹੌਲ ਨਜ਼ਰ ਆ ਰਿਹਾ, ਲੱਗਦਾ ਨਹੀਂ ਕਿ ਜਿਸ ਤਰ੍ਹਾਂ ਕਲਾਸ ਦਾ ਮਨੀਟਰ ਨਹੀਂ ਬਣਨਾ ਚਾਹੁੰਦਾ, ਮੈਂ ਟੀਚਰ ਬਣਨਾ ਚਾਹੁੰਦਾ, ਮੈਂ ਇਸ ਤਰ੍ਹਾਂ ਦੀ ਜਿਹੜੀ ਥਿੰਕਿੰਗ ਰੱਖੀ ਜਾ ਰਹੀ ਹੈ, ਜਿਸ ਤਰ੍ਹਾਂ ਦਾ ਸਿਸਟਮ ਤਿਆਰ ਹੋ ਗਿਆ। ਤੁਸੀਂ ਉਹਨਾਂ ਨੂੰ ਕਲਾਸ ਦਾ ਮਨੀਟਰ ਨਹੀਂ, ਟੀਚਰ ਵੀ ਬਣਾ ਦਿਓ। ਅਗਲੀ ਉਹਨਾਂ ਦੀ ਡਿਮਾਂਡ ਹੋਊਗੀ ਵੀ ਮੈਂ ਪ੍ਰਿੰਸੀਪਲ ਬਣਨਾ ਚਾਹੁੰਦਾ, ਤੁਸੀਂ ਉਸ ਬੰਦੇ ਨੂੰ ਪ੍ਰਿੰਸੀਪਲ ਵੀ ਫਿੱਟ ਕਰ ਦਿਓ, ਤੇ ਫਿਰ ਉਹ ਕਹੂਗਾ ਵੀ ਮੈਂ ਡੀਓ ਬਣਨਾ ਚਾਹੁੰਦਾ, ਤੇ ਅਖੀਰ ਮਤਲਬ ਉਹ ਕਿਤੇ ਵੀ ਸੈਟੀਸਫਾਈ ਨਹੀਂ ਹੋ ਸਕਦਾ। ਉਹਨੂੰ ਤੁਸੀਂ ਸੈਟੀਸਫਾਈ ਕਰ ਹੀ ਨਹੀਂ ਸਕਦੇ। ਮਤਲਬ ਇਸ ਸਿਆਸਤ ਦੇ ਵਿੱਚ ਮੈਂ ਤਾਂ ਕਹਿੰਦਾ ਜਿਹੜੇ ਪ੍ਰੋਫੈਸ਼ਨ 'ਚ ਵੀ ਰਿਹਾ, ਘਟੀਆ ਦਰਜੇ ਦਾ ਇਹਨਾਂ ਨੇ ਹਮੇਸ਼ਾ ਹੀ ਵਿਹਾਰ ਕੀਤਾ। ਮਤਲਬ ਤੁਸੀਂ ਮੈਂ ਲੋਕਾਂ ਨੂੰ ਕਿਹਾ ਸੀਗਾ ਕਿ ਹਾਂਜੀ ਇਹ ਬੋਲਦਾ, ਤੁਹਾਨੂੰ ਲੱਗਦਾ ਕਿ ਪੰਜਾਬ 'ਚ ਬਦਲਾਅ ਆਉਣਾ, ਤੁਸੀਂ ਮੇਰੇ ਨਾਲ ਗੱਲ ਕਰਨਾ, 5-7 ਦਿਨਾਂ 'ਚ ਕਿਸੇ ਨਾਲ ਲੜੇਗਾ। ਇਹਦੀ ਮਰਜ਼ੀ ਨਾਲ ਡੀਜੀਪੀ ਨਹੀਂ ਲੱਗਦਾ, ਇਹਦੀ ਮਰਜ਼ੀ ਨਾਲ ਐਡਵੋਕੇਟ ਜਨਰਲ ਨਹੀਂ ਲੱਗਦਾ, ਇਹਦੀ ਮਰਜ਼ੀ ਦੇ ਨਾਲ ਮਤਲਬ ਜੇ ਮੰਤਰੀ ਉਹਨਾਂ ਇੱਕ ਤਾਂ ਆਪਣੀ ਮਰਜ਼ੀ ਨਾਲ ਬਣਾ ਲਿਆ, ਤੇ ਸਿੱਧੂ ਸਾਹਿਬ ਮਤਲਬ ਉਸੇ ਗੱਲ ਤੇ ਲੜਾਈ ਕਰ ਲੈਣਗੇ। ਹੁਣ ਮੰਤਰੀ ਬਣਾਏ, ਮੰਤਰੀ ਤੇ ਮਤਲਬ ਚਰਨਜੀਤ ਸਿੰਘ ਚੰਨੀ ਤੇ ਦਿੱਲੀ ਜੋ ਇਹਨਾਂ ਦੀ ਸਹਿਮਤੀ ਹੋਈ, ਤੇ ਸਿੱਧੂ ਸਾਹਿਬ ਦਾ ਹਰ ਚੀਜ਼ ਦੇ ਉੱਤੇ ਅਗਲੇ ਨੂੰ ਆਸਾਨ ਜਤਾਉਣਾ
ਕਈ ਮੰਤਰੀ ਸਾਡੇ ਸ਼ਹਿਰ ਦੇ ਵਿੱਚ ਬਣੇ ਜਾਂ ਪੰਜਾਬ ਦੇ ਵਿੱਚ ਬਣੇ ਤੇ ਬਣੇ ਉਹ ਕੇਂਦਰ ਤੋਂ ਨੇ ਤੇ ਸਿੱਧੂ ਸਾਹਿਬ ਉਹਨਾਂ ਦੇ ਘਰਾਂ ਜਾ ਰਹੇ ਨੇ। ਉਹ ਛੋਟੇ ਮੈਂ ਬਣਾਤਾ ਤੈਨੂੰ, ਹਰ ਚੀਜ਼ ਦਾ ਸ਼ਰੇ, ਹਰ ਚੀਜ਼ ਦਾ ਲਾਹ ਲੈਣਾ। ਇਹ ਹਉਮੈ, ਇਹ ਹੰਕਾਰ, ਇਹ ਲਾਲਚ ਜਿੱਦਣ ਛੱਡ ਕੇ ਪੰਜਾਬ ਲਈ ਕੰਮ ਕਰਨਗੇ ਤੇ ਮੈਂ ਸਿੱਧੂ ਸਾਹਿਬ ਨੂੰ ਕਹਿੰਦਾ ਕਿ ਲੋਕ ਤੁਹਾਨੂੰ ਪਿਆਰ ਕਰਨਗੇ। ਮਤਲਬ ਤੁਸੀਂ ਸੱਚ ਤੇ ਬੋਲੋ ਨਾ। ਅੱਜ ਤੁਸੀਂ ਕਹਿ ਰਹੇ ਹੋ ਮੈਂ ਪੰਜਾਬ ਨਾਲ ਧੋਖਾ ਜਾਂ ਪੰਜਾਬ ਦੇ ਭਵਿੱਖ ਨਾਲ ਖਲਵਾੜ ਨਹੀਂ ਵੇਖ ਸਕਦਾ, ਤੇ ਜਿਹੜੇ ਤੁਸੀਂ ਮੰਤਰੀ ਬਣਾ ਲਏ ਤੇ ਬੜੇ ਵੱਡੇ ਆਪ ਖਲਵਾੜ ਨੇ। ਮਤਲਬ ਜਿਹੜੀ ਬਾਕੀ ਟੀਮ ਹੈ ਇਹਨਾਂ ਦੀ, ਤੁਸੀਂ ਕਿਸ ਤਰੀਕੇ ਪੰਜਾਬ ਨਾਲ ਜਿਹੜੇ ਖਲਵਾੜ ਬੰਦ ਕਰ ਦਿਓਗੇ? ਤੁਸੀਂ ਇਮਾਨਦਾਰੀ ਦੀਆਂ ਗੱਲਾਂ ਕਰਦੇ ਹੋ। ਤੁਸੀਂ ਦੇਖੋ ਮੈਂ ਅੱਗੇ ਵੀ ਭਿੱਖਬਾਣੀ ਇੱਕ ਹੋਰ ਕੀਤੀ ਸੀਗੀ ਕਿ ਮੈਡਮ ਵੀ 2 ਸਾਲ ਤੋਂ ਗਾਇਬ ਸੀਗੇ, ਮਤਲਬ ਉਹ ਲੱਭ ਨਹੀਂ ਸੀ ਰਹੇ। ਤੇ ਮੈਂ ਕਿਹਾ ਸੀਗਾ, ਮੈਂ ਕਿਹਾ ਇਹ ਸਿਰਫ ਤਾਕਤ ਦੇ ਸਕੇ ਲੋਕ ਨੇ, ਠੱਗੀਆਂ ਦੇ ਸਕੇ ਲੋਕ ਨੇ। ਜੇ ਤੁਸੀਂ ਸੇਵਾ ਕਰਨੀ ਹੋਵੇ ਤੇ ਫਿਰ ਤੁਹਾਨੂੰ ਲਾਲਚ ਕਾਹਦਾ? ਆ ਕੇ ਲੱਗੋ ਲੋਕਾਂ ਦੇ ਵਿੱਚ। ਜਦੋਂ ਸਰਕਾਰ ਪਲਟਦੀ ਹੈ, ਮੁੱਖ ਮੰਤਰੀ ਇਹਨਾਂ ਦੇ ਘਰ ਸੌਂ ਕੇ ਜਾਂਦਾ ਹੈ, ਮਤਲਬ ਡਿਪਟੀ ਮੁੱਖ ਮੰਤਰੀ ਇਹਨਾਂ ਦੇ ਘਰ ਮਤਲਬ ਆਉਂਦੇ ਨੇ ਤੇ ਰਾਤ ਉੱਥੇ ਰਹਿੰਦੇ ਨੇ, ਸੌਂ ਕੇ ਜਾਂਦੇ ਨੇ, ਤੇ ਮੈਡਮ ਅਗਲੇ ਦਿਨ ਹੀ ਉਹ ਜਿੰਨ ਵਾਂਗੂ ਪ੍ਰਗਟ ਹੋ ਜਾਂਦੇ ਨੇ ਚਿਰਾਗ ਦੇ ਵਿੱਚੋਂ ਵੀ ਮੈਂ ਆ ਗਈ ਹਾਂ। ਤੇ ਮੈਂ ਅੱਗੇ ਕਿਹਾ ਸੀ, ਮੈਂ ਕਿਹਾ ਜਿਸ ਦਿਨ ਇਹਦੇ ਕੋਲ ਤਾਕਤ ਆ ਗਈ ਤੇ ਮੈਡਮ ਆ ਕੇ ਆਪਣੀ ਦੁਕਾਨ ਦੇ ਉੱਤੇ ਬਹਿ ਜਾਣਗੇ ਗੱਡੀ ਤੇ ਵੀ ਹੁਣ ਪੈਸੇ ਪੂਹੇ ਮੈਂ ਹੀ ਵਟਣੇ ਨੇ। ਔਰ ਗੱਲਾਂ ਕੀ ਕਰਦੇ ਲੋਕਾਂ ਨੂੰ ਭਰਮਾਉਣ ਲਈ, ਦੋ ਅਸੀਂ ਤੇ ਛੇ ਵਾਲੀ ਬਣੇ ਆ, ਅਸੀਂ ਆਹ ਕਰਨਾ, ਅਸੀਂ ਇਮਾਨਦਾਰੀ ਦੀਆਂ ਗੱਲਾਂ ਕਰਦੇ ਆ। ਮੈਂ ਇਹਨਾਂ ਨੂੰ ਆਮ ਤੌਰ ਤੇ ਸਾਡੇ ਹਾਸਾ ਮਜ਼ਾਕ ਚੱਲਦਾ ਹੁੰਦਾ ਵੀ ਕਿਸੇ ਸੱਜਣ ਨੂੰ ਪੁੱਛੋ ਨਾ ਵੀ ਯਾਰ ਆ ਮੀਟ ਅੰਡਾ ਤੂੰ ਅੱਗੇ ਖਾਣਾ ਹੁਣ ਕਿਉਂ ਨਹੀਂ ਖਾ ਰਿਹਾ, ਤੇ ਉਹ ਕਹੂਗਾ ਵੀ ਮੈਂ ਨਹੀਂ ਖਾਣਾ, ਤੇ ਅਸੀਂ ਹਾਸੇ ਮਜ਼ਾਕ ਚ ਉਹਨੂੰ ਕਹਿੰਦੇ ਵੀ ਕੁੱਤੇ ਕਦੋਂ ਦੇ ਵੈਸ਼ਨੂੰ ਹੋ ਗਏ ਯਾਰ। ਤੇ ਉਹ ਮੈਂ ਇਹਨਾਂ ਨੂੰ ਕਹਿੰਦਾ ਤੁਸੀਂ ਇਮਾਨਦਾਰੀ ਦੀਆਂ ਗੱਲਾਂ ਕਰਦੇ ਹੋ, ਕੁੱਤੇ ਕਦੋਂ ਦੇ ਵੈਸ਼ਨੂੰ ਹੋ ਗਏ ਯਾਰ ਤੁਸੀਂ। ਉਹਦਾ ਕਹਿੰਦੇ ਛੱਡਿਆ, ਅਸੀਂ ਸੇਵਾ ਨਹੀਂ ਛੱਡੀ, ਲੋਕਾਂ ਦੀ ਸੇਵਾ ਕਰਾਂਗੇ, ਅਸੀਂ ਪਾਰਟੀ ਦੇ ਵਿੱਚ ਰਵਾਂਗੇ। ਮੈਂ ਇਹ ਗੱਲਾਂ ਹੀ ਹੁੰਦੀਆਂ ਜੀ, ਜੇ 4-5 ਦਿਨ 10 ਦਿਨ ਤੱਕ ਪਾਰਟੀ ਨੇ ਨਾ ਮਨਾਇਆ ਜਾਂ ਮਤਲਬ ਉਹ ਅਸਤੀਫਾ ਜਾਂ ਵਾਪਸ ਨਾ ਹੋਇਆ ਜਾਂ ਸਿੱਧੂ ਸਾਹਿਬ ਸੈਟੀਸਫਾਈ ਨਾ ਹੋਏ, ਫਿਰ ਉਹ ਮਾਚਸ ਨੂੰ ਇੱਕ ਤੀਲੀ ਜੀ ਲਾਈ ਦੀ ਹੈ ਨਾ, ਫਿਰ ਛੋਟੀਆਂ ਸ਼ੁਰਲੀਆਂ ਜਿਹੜੀਆਂ ਉਹ ਛੱਡਣੀਆਂ ਸ਼ੁਰੂ ਕਰ ਦੇਣਗੇ, ਕਦੀ ਟਵਿੱਟਰ ਦੇ ਉੱਤੇ ਕਦੀ ਇੰਸਟਾਗ੍ਰਾਮ ਦੇ ਉੱਤੇ, ਵੀ ਕਿਸ ਤਰੀਕੇ ਡਰਾਉਣਾ, ਕਿਸ ਤਰੀਕੇ ਬਲੈਕਮੇਲ ਕਰਨਾ। ਮੈਂ ਵੇਖੂੰਗਾ ਕਿੰਨੇ ਕੁ ਸਬਰ ਨਾਲ ਰਹਿੰਦੇ ਨੇ। ਤੇ ਸਿੱਧੂ ਸਾਹਿਬ ਨੇ ਅਹੁਦਾ ਨਹੀਂ ਛੱਡਿਆ, ਮਤਲਬ ਅਹੁਦਾ ਛੱਡ ਦਿੱਤਾ ਜੇ ਸੇਵਾ ਨਹੀਂ ਛੱਡਣੀ, ਤੇ ਆਉਣ ਲੱਗਣ ਪੰਜਾਬ ਦੇ ਵਿੱਚ ਸਰਕਾਰ ਇਹਨਾਂ ਦੇ ਮਤਲਬ ਰੋਹਬ ਥੱਲੇ ਅੱਜ ਦੀ ਤਰੀਕ ਦੇ ਵਿੱਚ ਵੀ ਬੜਾ ਵੱਡਾ ਇਹਨਾਂ ਦਾ ਯੋਗਦਾਨ ਜਿਹੜਾ ਹੋ ਰਿਹਾ ਹੈ ਸਰਕਾਰ ਪਲਟਣ ਦੇ ਵਿੱਚ। ਆਓ ਮੈਂ ਨਜਾਇਜ਼ ਕੰਮ ਇਹਨਾਂ ਨੂੰ ਮੈਂ ਦੱਸਦਾ, ਆ ਨਵੇਂ ਜਿਹੜੇ ਮੰਤਰੀ ਬਣੇ ਇਹਨਾਂ ਦੇ ਵੀ ਸਾਰਿਆਂ ਦੇ ਦੱਸੂਗਾ, ਤੇ ਸਿੱਧੂ ਸਾਹਿਬ ਆ ਕੇ ਸੇਵਾ ਨਿਭਾਉਣ, ਕਰਨ ਤੇ ਸਹੀ, ਗੱਲਾਂ ਕਰੀ ਜਾਣੀਆਂ, ਕੰਮ ਕੋਈ ਕਰਨਾ ਨਹੀਂ। ਮਤਲਬ ਮੈਂ ਅੱਗੇ ਕਹਿੰਦਾ ਵੀ ਫੁਰਤੀਆਂ, ਗੱਲੀ ਬਾਤੀ ਬਹੁਤ ਫੁਰਤੀਆਂ ਨੇ। ਵੀ ਇੱਕ ਚੂਹੇ ਤੇ ਇੱਕ ਗਾਲੜ ਦੀ ਯਾਰੀ ਸੀਗੀ। ਉਹ ਚੂਹਾ ਗਾਲੜ ਨੂੰ ਕਹਿੰਦਾ ਵੀ ਆ ਭਾਈ ਕਿਤੇ ਮੇਰੇ ਵੱਲ ਤੇਰੀ ਰੋਟੀ ਰਾਟੀ ਕਰੀਏ, ਤੇ ਉਹ ਗਾਲੜ ਜਾਂਦਾ ਚੂਹੇ ਦੇ ਘਰ। ਮਤਲਬ ਚੂਹਾ ਰਹਿੰਦਾ ਹੁੰਦਾ ਵਾ ਕਿਸੇ ਲਾਲੇ ਦੀ ਦੁਕਾਨ ਤੇ ਜਿਹੜਾ ਕਰਿਆਨੇ ਵਾਲਾ ਹੁੰਦਾ, ਉਹ ਕਦੀ ਉਹਨੂੰ ਕਿਸ਼ਮਿਸ਼ ਖਵਾਉਂਦਾ, ਕਦੀ ਉਹਨੂੰ ਕਾਜੂ ਖਵਾਉਂਦਾ, ਕਦੀ ਉਹਨੂੰ ਮੂੰਗਫਲੀ ਖਵਾਉਂਦਾ, ਕਦੀ ਉਹਨੂੰ ਛੁਹਾਰੇ ਪਿਸਤਾ ਖਵਾਉਂਦਾ। 3-4 ਘੰਟੇ ਖਵਾ ਕੇ ਤੇ ਉਹਨੂੰ ਮਰਨ ਵਾਲਾ ਕਰ ਦਿੰਦਾ। ਤੇ ਉਹ ਗਾਲੜ ਆਂਦਾ ਬਸ ਭਰਾਵਾ ਹੁਣ ਤੇ ਪੱਟਣੇ ਆ ਗਿਆ, ਹੁਣ ਬਸ ਕਰ, ਹੋਰ ਨਹੀਂ ਮੇਰੇ ਕੋਲ ਖਾਧਾ ਜਾਣਾ। ਉਹਦੀ ਬੜੀ ਵਧੀਆ ਰੋਟੀ ਕਰਦਾ, ਮਤਲਬ ਉਹ ਕਰਕੇ ਵਿਖਾਉਂਦਾ ਉਹਨੂੰ। 5-7-10 ਦਿਨ ਬੀਤ ਜਾਂਦੇ, ਆਂਦੇ ਯਾਰ ਇਹ ਬੜਾ ਬੇਸ਼ਰਮ ਆਦਮੀ। ਗਾਲੜ ਚੂਹਾ ਸੋਚਦਾ ਵੀ ਇਹਨੇ ਮੈਨੂੰ ਤੇ ਕਦੀ ਸੁਲਾ ਮਾਰੀ ਨਹੀਂ ਇਹੋ ਜਿਹੀ ਆਪਣੇ ਘਰ ਆਉਣ ਦੀ। ਉਹ ਬੇਸ਼ਰਮ ਹੋਇਆ ਉਹਨੂੰ ਆਪ ਹੀ ਕਹਿ ਦਿੰਦਾ। ਉਹ ਕਹਿੰਦਾ ਯਾਰ ਮੈਂ ਵੀ ਤੇਰੇ ਵੱਲ ਆਉਣਾ, ਕਿਤੇ ਤੇਰੇ ਵੱਲ ਰੋਟੀ ਰਾਟੀ ਖਾਈਏ। ਤੇ ਗਾਲੜ ਸਿੱਧੂ ਵਰਗਾ ਹੁੰਦਾ, ਆ ਕਹਿੰਦਾ ਗੱਲਾਂ ਤੈਨੂੰ ਵੇਖ, ਤੇਰੀ ਸੇਵਾ ਕਰਦਾ ਮੈਂ, ਬੇਖਾ ਤੈਨੂੰ ਮੌਜਾਂ ਲਵਾਉਂਦਾ ਮੈਂ। ਉਹ ਚੂਹਾ ਚੱਲ ਜਾਂਦਾ, ਫਿਰ ਗਾਲੜ ਆਲੋ ਕਿਸੇ ਸਫੈਦੇ ਤੇ ਰਹਿੰਦਾ ਹੁੰਦਾ, ਉਹ ਬੈਠਾ ਰਹਿੰਦਾ ਘੰਟਾ-2 ਘੰਟੇ। ਉਹ ਆਂਦਾ ਵੀ ਪਾਣੀ ਧਾਣੀ। ਗਾਲੜ ਜਾਂਦਾ ਸਫੈਦੇ ਤੇ ਤਾਂ ਨੂੰ, ਕਦੀ ਠਾਂ ਨੂੰ, ਕਦੀ ਉਸ ਰੁੱਖ ਤੇ, ਕਦੀ ਉਹ ਰੁੱਖ ਤੇ। ਉਹ 3-4 ਘੰਟੇ ਇਸ ਤਰ੍ਹਾਂ ਹੀ ਭੱਜਾ ਫਿਰਦਾ ਗਾਲੜ, ਜਿਸ ਤਰ੍ਹਾਂ ਆਪਾਂ ਵੇਖਦੇ ਨਹੀਂ ਗਾਲੜ ਦੇ ਵਿੱਚ ਕਿੰਨੀ ਫੁਰਤੀ ਹੁੰਦੀ, ਤੇ ਭੱਜਾ ਹੀ ਫਿਰਦਾ। 3-4 ਘੰਟੇ ਬੀਤ ਜਾਂਦੇ। ਉਹ ਚੂਹਾ ਵਿਚਾਰਾ ਭੁੱਖਾ ਆਇਆ ਹੁੰਦਾ ਵੀ ਯਾਰ ਇਹਨੇ ਤੇ ਸੇਵਾ ਬੜੀ ਕਰਨੀ ਸੀ। ਮੈਂ ਦੱਸ ਦਿੰਦਾ ਇੱਕ ਚੂਹਾ ਬਣਿਆ ਫਿਰਦਾ ਸੀ ਨਾਲ, ਤੇ ਛੱਡੋ ਹੁਣ। ਚਲੋ ਮੈਂ ਗੱਲ ਇਹਦੀ ਕਰਦਾ ਵੀ ਉਹ ਚੂਹਾ ਕਹਿੰਦਾ ਵੀ ਯਾਰ ਤੂੰ ਤੇ ਮਤਲਬ ਮੈਨੂੰ ਖਵਾ ਪਿਆ ਤੇ ਸਹੀ ਕੁਛ, ਮੈਂ ਤੇ ਹੁਣ ਭੁੱਖ ਨਾਲ ਮਰਨ ਵਾਲਾ ਹੋ ਗਿਆ। ਤੂੰ ਆਂਦਾ ਖਾਣ ਪੀਣ ਨੂੰ ਗੋਲੀ ਮਾਰ, ਤੂੰ ਯਾਰਾਂ ਦੀਆਂ ਫੁਰਤੀਆਂ ਵੇਖ। ਮਤਲਬ ਇਹਨਾਂ ਕੋਲ ਕੱਢਣ ਪਾਉਣ ਨੂੰ ਕੁਛ ਨਹੀਂ ਹੈਗਾ, ਬਸ ਫੁਰਤੀਆਂ ਗੱਲਾਂ ਉਹ ਕਰੀ ਜਾਂਦੇ ਨੇ। ਰਿਜ਼ਲਟ ਕੀ ਦਿੱਤਾ ਅੱਜ ਤੱਕ ਪੰਜਾਬ ਨੂੰ? ਹੋਇਆ ਕੀ ਪੰਜਾਬ ਦੇ ਵਿੱਚ? ਸਰਕਾਰ ਦਾ, ਮੈਂ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਇਹਦੇ ਉੱਤੇ ਆਪਣੇ ਲੜਾਈ ਝਗੜੇ 'ਚ ਟਾਈਮ ਬਤੀਤ ਨਾ ਕਰੋ। 1.5 ਹਫ਼ਤਾ ਹੋ ਗਿਆ ਸਰਕਾਰ ਬਣੀ ਨੂੰ, ਤੇ ਅੱਜ ਮੇਰਾ ਖਿਆਲ ਇਹਨਾਂ ਕੋਲ ਮਹਿਕਮੇ ਤੇ ਕੱਲ ਇਹਨਾਂ ਕੋਲ ਮੰਤਰੀ ਸੈੱਟ ਹੋਏ ਨੇ। ਸਰਕਾਰ ਕੋਲ ਟਾਈਮ ਕਿੰਨਾ ਬਚਿਆ? ਅਕਤੂਬਰ, ਨਵੰਬਰ, ਦਸੰਬਰ, 3 ਮਹੀਨਿਆਂ ਦੇ ਵਿੱਚ 12 ਕਿ 13 ਹਫ਼ਤੇ ਨੇ। 2 ਹਫ਼ਤੇ ਤੇ ਤੁਸੀਂ ਖਰਾਬ ਕਰ ਲਏ, 10 ਹਫ਼ਤੇ ਦੇ ਅੱਗੋਂ ਛੁੱਟੀਆਂ ਨੇ। ਰਿਜ਼ਲਟ ਤੁਸੀਂ ਕੀ ਦੇ ਰਹੇ ਹੋ? ਕੱਲਾ ਮਤਲਬ ਸੜਕ ਤੇ ਜਾਂਦੇ ਸ਼ਗਨ ਪਾ ਦੇਣਾ, ਬਾਟੇ 'ਚ ਚਾਹ ਪੀ ਲੈਣੀ, ਇਹ ਸਾਨੂੰ ਸਾਦਾਪਨ ਤੁਹਾਡਾ ਵਧੀਆ ਲੱਗਦਾ। ਪਰ ਲੋਕ ਹੁਣ ਰਿਜ਼ਲਟ ਮੰਗਣਗੇ, ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਦਿੱਤਾ। ਉਸ ਰਿਜ਼ਲਟ ਦੇ ਉੱਤੇ ਧਿਆਨ ਦੇਣ ਦੀ ਲੋੜ ਹੈ। ਆਪਣਾ ਹਨੀਮੂਨ ਪੀਰੀਅਡ ਖਤਮ ਕਰੋ, ਜਹਾਜ਼ਾਂ ਦੇ ਝੂਟੇ ਖਤਮ ਕਰੋ, ਜ਼ਮੀਨ ਦੇ ਉੱਤੇ ਆਓ। ਜ਼ਮੀਨੀ ਕੱਲ ਦੇਖੋ ਬੜੀ ਮੰਦਭਾਗੀ ਗੱਲ ਹੈ, ਔਰ ਮੇਰੇ ਖਿਆਲ 'ਚ ਪਹਿਲੀ ਵਾਰੀ ਹੋਇਆ। ਕੈਬਨਿਟ ਬਣ ਜਾਂਦੀ ਹੈ, ਰਾਤ ਨੂੰ ਕੈਬਨਿਟ ਦੀ ਮੀਟਿੰਗ ਹੁੰਦੀ ਹੈ ਇਹਨਾਂ ਦੀ। ਇਤਿਹਾਸ 'ਚ ਪਹਿਲੀ ਵਾਰੀ ਹੋਏਗਾ ਵੀ ਕੈਬਨਿਟ 'ਚ ਕੋਈ ਫੈਸਲਾ ਹੀ ਨਹੀਂ ਲਿਆ ਗਿਆ।
ਸਿਰਫ ਮੀਟਿੰਗ ਕੀਤੀ ਗਈ, ਕੋਈ ਮਤਾ ਨਹੀਂ, ਮਤਲਬ ਕੋਈ ਮਤਲਬ ਪੰਜਾਬ ਦੀ ਭਲਾਈ ਲਈ ਕੋਈ ਮਤਲਬ ਚੀਜ਼ਾਂ ਹੀ ਨਹੀਂ ਪਾਸ ਕੀਤੀਆਂ ਗਈਆਂ। ਫਿਰ ਉਹ ਕੈਬਨਿਟ ਦੀ ਮੀਟਿੰਗ ਕਾਦੀ ਸੀ? ਫਿਰ ਤੇ ਤੁਸੀਂ ਇੱਕ ਪ੍ਰੈਸ ਕਾਨਫਰੰਸ ਹੀ ਸਾਰੇ ਜਾਣੇ ਇਕੱਠੇ ਹੋ ਕੇ ਕਰ ਦਿੰਦੇ ਜਾਂ ਆਪਣੇ ਦਫ਼ਤਰ ਦੇ ਵਿੱਚੋਂ ਕਰ ਦਿੰਦੇ। ਉਹਨੂੰ ਕੈਬਨਿਟ ਦੀ ਮੀਟਿੰਗ ਦੇਣ ਦਾ, ਕੈਬਨਿਟ ਦੀ ਮੀਟਿੰਗ ਦੇ ਉੱਤੇ ਲੋਕਾਂ ਦੀਆਂ ਨਿਗਾਹਾਂ ਗੱਡੀਆਂ ਹੁੰਦੀਆਂ ਨੇ ਕਿ ਕੈਬਨਿਟ 'ਚ ਕੀ ਪਾਸ ਹੋਣਾ ਹੈ ਤੇ ਕੀ ਮਤਲਬ ਆਉਣਾ। ਕੁਝ ਕੀਤਾ ਕੀ ਗਿਆ? ਰਿਜ਼ਲਟ ਤੇ ਦਿਓ ਨਾ। ਅੱਜ ਤੁਹਾਡੇ ਸਾਰੇ ਮੰਤਰੀ ਜਿਹੜੇ ਬਣੇ ਨੇ ਉਹ ਮੁੱਕਰਦੇ ਨਜ਼ਰ ਆ ਰਹੇ ਨੇ। ਹੁਣ ਮਨਾਉਣ ਦਾ ਸਿਸਟਮ ਸਿੱਧੂ ਸਾਹਿਬ ਚਾਹੁੰਦੇ ਨੇ ਕਿ ਮਨਾਇਆ ਜਾਵੇ। ਲੱਗਦਾ ਕਿ ਹੁਣ ਸਮਾਂ ਥੋੜਾ ਰਹਿ ਗਿਆ, ਜਿਸ ਤਰ੍ਹਾਂ ਤੁਸੀਂ ਖੁਦ ਹੀ ਦੱਸ ਰਹੇ ਕਿ ਸਮਾਂ ਬਹੁਤ ਘੱਟ ਰਹਿ ਗਿਆ। ਹੁਣ ਮਨਾਉਣ ਦੇ ਚੱਕਰ ਦੇ ਵਿੱਚ ਚੱਲੇਗੀ, ਕਿਉਂਕਿ ਨਵਨੀਤ ਬਿੱਟੂ ਦਾ ਇੱਕ ਬਿਆਨ ਆਇਆ, ਕਿਹਾ ਗਿਆ ਕਿ ਹੁਣ ਮਨਾਉਣ ਦਾ ਕੰਮ ਖਤਮ, ਹੁਣ ਤੇ ਘੋੜਾ ਗਾਂ ਹੀ ਜਾਏਗਾ, ਗੱਡੀ ਗਾਂ ਹੀ ਦੌੜੇ। ਮੈਂ ਅੱਗੇ ਬਾਰ-ਬਾਰ ਕਹਿੰਦਾ ਵੀ ਇੰਨੀ ਛੇਤੀ ਤੇ ਤੁਹਾਡਾ ਬੱਚਾ ਨਹੀਂ ਰੁੱਸਦਾ ਯਾਰ ਤੁਹਾਡੇ ਘਰ ਦੇ ਵਿੱਚ ਵੀ ਪਾਪਾ ਮੈਨੂੰ ਆਹ ਚਾਹੀਦਾ। ਤੁਹਾਡੀ ਘਰ ਵਾਲੀ ਨਹੀਂ ਰੁੱਸਦੀ ਜਿੰਨੀ ਛੇਤੀ ਸਿੱਧੂ ਸਾਹਿਬ ਮਤਲਬ ਰੁੱਸ ਕੇ ਬਹਿ ਜਾਂਦੇ ਨੇ। ਇਹਨਾਂ ਨੂੰ ਰੁੱਸਣ ਮਨਾਉਣ ਚ ਟਾਈਮ ਕੱਢਣ ਨਾਲੋਂ ਪੰਜਾਬ ਤੇ ਫੋਕਸ ਕਰੋ। ਚਰਨਜੀਤ ਸਿੰਘ ਚੰਨੀ ਨੂੰ ਲੋਕਾਂ ਨੇ ਪਸੰਦ ਕੀਤਾ ਉਹਦੀ ਸਾਦਗੀ ਕਰਕੇ। ਮੈਂ ਉਸ ਦਿਨ ਵੀ ਤੁਹਾਡੇ ਮੰਚ ਦੇ ਉੱਤੋਂ ਤੁਹਾਡੇ ਮਤਲਬ ਚੈਨਲ ਦੇ ਉੱਤੇ ਕਿਹਾ ਸੀਗਾ ਕਿ ਸਾਦਗੀ ਕਰਕੇ ਤੁਸੀਂ ਬਹੁਤ ਪਸੰਦ ਆ ਰਹੇ ਹੋ। ਤੁਹਾਡਾ ਲੈਕਚਰ, ਤੁਹਾਡੀਆਂ ਗੱਲਾਂ ਬਹੁਤ ਸੋਹਣੀਆਂ ਲੱਗ ਰਹੀਆਂ, ਤੁਹਾਡਾ ਸਾਦਾਪਨ ਬਹੁਤ ਸੋਹਣਾ ਲੱਗ ਰਿਹਾ, ਪਰ ਰਿਜ਼ਲਟ ਕੀ ਆਏਗਾ? ਅਜੇ ਤੱਕ ਕਈ ਅਫਸਰ ਤੁਹਾਨੂੰ ਮੁੱਖ ਮੰਤਰੀ ਮੰਨਣ ਨੂੰ ਤਿਆਰ ਨਹੀਂ ਹੈਗੇ। ਤੁਹਾਡੇ 'ਚ ਨਰਮੀ ਦੇਖੋ, ਸਾਦਾਪਨ ਪਬਲਿਕਲੀ ਹੋਣਾ ਚਾਹੀਦਾ ਕਿ ਸਾਨੂੰ ਲੱਗੇ ਸਾਡਾ ਮੁੱਖ ਮੰਤਰੀ ਸਾਡੀ ਸੁਣਦਾ, ਪਰ ਅਫਸਰਸ਼ਾਹੀ ਦੇ ਉੱਤੇ ਤੇ ਤੁਹਾਡੀ ਇੱਕ ਦਹਿਸ਼ਤ ਜਾਂ ਤੁਹਾਡਾ ਇੱਕ ਰੁਬਾਬ ਹੋਣਾ ਚਾਹੀਦਾ ਨਾ, ਉਹਨੂੰ ਕਾਇਮ ਕਰੋ। ਪੰਜਾਬ ਰਿਜ਼ਲਟ ਮੰਗ ਰਿਹਾ 5-7-10 ਦਿਨਾਂ ਦੇ ਵਿੱਚ ਤੁਹਾਡਾ ਹਨੀਮੂਨ ਪੀਰੀਅਡ ਜਿਹੜਾ ਉਹ ਖਤਮ ਹੋ ਗਿਆ ਅੱਜ ਦੀ ਤਰੀਕ ਦੇ ਵਿੱਚ। ਹੁਣ ਲੋਕ ਆਸ ਲਾ ਕੇ ਬੈਠੇ ਨੇ, ਤੁਸੀਂ ਕੰਮ ਕੀ ਕਰਦੇ ਹੋ? ਜੇ ਪਿਛਲੀ ਸਰਕਾਰ 'ਚ ਕੋਈ ਕਰਪਸ਼ਨ ਹੋਈ ਹੈ, ਮੰਤਰੀ ਤੁਹਾਡੇ ਉਹੀ ਨੇ, ਹੁਣ ਕਿੱਦਾਂ ਹਟ ਜਾਣਗੇ? ਮਤਲਬ ਕੁੱਤੇ ਦੀਆਂ ਪੂਛਾਂ ਸਿੱਧੀਆਂ ਕਿਸ ਤਰ੍ਹਾਂ ਹੋ ਜਾਣਗੀਆਂ? ਤੁਸੀਂ ਇਹਦੇ ਉੱਤੇ ਰਿਜ਼ਲਟ ਕੀ ਦਿੰਦੇ ਹੋ? ਇਹਦੇ ਉੱਤੇ ਲੋਕਾਂ ਨੇ ਨਿਗਾਹ ਗੱਡੀ ਹੋਈ ਹੈ। ਤੁਸੀਂ ਸਰਕਾਰ ਦੇ ਤੇ ਚਾਹ ਹੀ ਨਹੀਂ ਪੂਰੇ ਹੋ ਰਹੇ। ਤੁਸੀਂ ਦੇਖੋ, ਮੈਂ ਉਹ ਇੱਕ ਫੋਟੋ ਦਿਖਾਈ ਹੈ ਕਿ ਉਹ ਚੰਨੀ ਸਾਹਿਬ ਕੱਲ ਉਹ ਨਰਮਾ ਦੇਖਣ ਜਾ ਰਹੇ ਨੇ ਤੇ ਡਿਪਟੀ ਚੀਫ ਮਿਨਿਸਟਰ ਤੇ ਚਰਨਜੀਤ ਸਿੰਘ ਚੰਨੀ ਇਸ ਤਰ੍ਹਾਂ ਕਰਕੇ ਹੈਲੀਕਾਪਟਰ ਦੇ ਅੱਗੇ ਫੋਟੋ ਖਿਚਾ ਰਹੇ ਨੇ। ਮਤਲਬ ਇਹ ਖਿਡੌਣਾ ਥੋੜੀ ਲੈ ਕੇ ਦਿੱਤਾ ਕਿਸੇ ਨੇ ਵੀ ਆਪਾਂ ਇਹਦੇ ਅੱਗੇ ਜਿੱਦਾਂ ਬੱਚੇ ਨੂੰ ਕੋਈ ਗੱਡੀ ਲੈ ਦਿੱਤੀ ਹੈ ਤੇ ਉਹਦੇ ਅੱਗੇ ਫੋਟੋਆਂ। ਤੁਹਾਡੀ ਕੋਈ ਬੰਦਾ ਫੋਟੋ ਖਿੱਚ ਕੇ ਪਾ ਦੇਵੇ ਵੀ ਉਹ ਹੈਲੀਕਾਪਟਰ 'ਚ ਸਵਾਰ ਹੋ ਕੇ ਜਾ ਰਹੇ ਨੇ, ਉਹ ਤੇ ਚੀਜ਼ ਸਮਝ ਆਉਂਦੀ ਹੈ। ਮਤਲਬ ਮੈਨੂੰ ਇਹ ਮਹਿਸੂਸ ਹੋ ਰਿਹਾ ਕਿ ਉਹਨਾਂ ਨੂੰ ਇਹ ਫੀਲਿੰਗ ਹੀ ਨਹੀਂ ਆ ਰਹੀ ਕਿ ਯਾਰ ਮੈਂ ਬਣ ਕੇ ਗਿਆ ਵਾਂ। ਮਤਲਬ ਮੈਨੂੰ ਤੁਹਾਨੂੰ ਇਹ ਫੀਲਿੰਗ ਆਪਣੇ ਮਨ 'ਚ ਲਿਆਉਣੀ ਪਊਗੀ। ਤੁਹਾਨੂੰ ਪੰਜਾਬ ਦੇ ਪ੍ਰਤੀ ਕੋਈ ਕਠੋਰ ਤੇ ਦ੍ਰਿੜ ਤੇ ਕਈ ਸਖਤ ਫੈਸਲੇ ਲੈਣੇ ਪੈਣਗੇ। ਤੁਹਾਡੇ ਕੋਲੋਂ ਅਫਸਰ ਡਰਨਗੇ, ਉਹਨਾਂ ਦੇ ਉੱਤੇ ਕੋਈ ਤੁਹਾਡੀ ਦਹਿਸ਼ਤ ਬਣੂਗੀ ਤੇ ਮਤਲਬ ਇਹ ਅਫਸਰਸ਼ਾਹੀ ਤੁਸੀਂ ਫਿਰ ਕਰਪਸ਼ਨ ਕਿਹੜੇ ਮਤਲਬ ਮੂੰਹ ਨਾਲ ਸੁਧਾਰ ਸਕਦੇ ਹੋ ਜੇ ਤੁਹਾਡਾ ਕੋਈ ਰੋਹ ਵੀ ਨਹੀਂ ਮੰਨ ਰਿਹਾ, ਕੋਈ ਸੀਐਮ ਦੀ ਪਾਵਰ ਹੀ ਨਹੀਂ ਕਿਸੇ ਨੂੰ ਨਜ਼ਰ ਆ ਰਹੀ। ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਸਾਦੇਪਨ ਦੇ ਨਾਲ ਅਫਸਰਸ਼ਾਹੀ ਦੇ ਉੱਤੇ, ਐਡਮਿਨਿਸਟ੍ਰੇਸ਼ਨ ਦੇ ਉੱਤੇ ਤੁਹਾਡੀ ਪਕੜ ਹੋਣੀ ਬੜੀ ਜ਼ਰੂਰੀ ਹੈ। ਨਰਮੇ ਤੇ ਉੱਥੇ ਗਏ, ਤੁਸੀਂ ਦੇਖਿਆ ਕਿ ਚੰਨੀ ਸਾਹਿਬ ਮੰਜੇ ਦੇ ਉੱਤੇ ਬੈਠੇ ਨੇ ਤੇ ਪਿੱਛੇ ਇੱਕ ਡੀਐਸਪੀ ਲੱਤ ਰੱਖ ਕੇ ਮੰਜੇ ਦੇ ਉੱਤੇ ਖਲੋ ਜਾਂਦਾ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੁੰਦਾ ਤੇ ਉਹ ਲੱਤ ਰੱਖਦਾ ਭਲਾ ਮੰਜੇ ਦੇ ਉੱਤੇ। ਔਰ ਮੈਂ ਉਹ ਮੈਸੇਜ ਡੀਜੀਪੀ ਨੂੰ ਕੀਤਾ, ਮਤਲਬ ਮੈਂ ਉਹ ਵੀਡੀਓ ਵੀ ਕੀਤੀ ਤੇ ਪਰਸਨਲੀ ਮੈਸੇਜ ਜਿਹੜੇ ਸਾਡੇ ਪੰਜਾਬ ਦੇ ਡੀਜੀਪੀ ਨੇ ਉਹਨਾਂ ਨੂੰ ਕੀਤਾ ਕਿ ਤੁਹਾਨੂੰ ਸਰਕਾਰ ਨੇ ਤੁਹਾਡੀ ਮਤਲਬ ਹੈਸੀਅਤ ਦੇ ਮੁਤਾਬਕ, ਤੁਹਾਡਾ ਯੋਗਤਾ ਦੇ ਮੁਤਾਬਕ ਐਡਾ ਵੱਡਾ ਮਾਨ ਸਨਮਾਨ, ਤੁਸੀਂ ਸਾਡੇ ਲਾਅ ਐਂਡ ਆਰਡਰ ਦੇ ਮੁਖੀ ਹੋ। ਜੇ ਉਸ ਬੰਦੇ ਨੇ ਤੁਹਾਨੂੰ ਇੰਨਾ ਮਾਨ ਸਨਮਾਨ ਦਿੱਤਾ ਤੇ ਤੁਹਾਡਾ ਵੀ ਫਰਜ਼ ਬਣਦਾ ਉਹਦਾ ਮਾਨ ਸਨਮਾਨ ਜਿਹੜਾ ਬਹਾਲ ਹੋਵੇ। ਔਰ ਉਹ ਡੀਐਸਪੀ ਕਈ ਪੱਤਰਕਾਰਾਂ ਨੂੰ ਵਰਸ਼ਨ ਕੀ ਦੇ ਰਿਹਾ, ਰੰਧਾਵਾ ਸਾਹਿਬ ਬਹਿ ਗਏ ਸੀ ਤੇ ਮੰਜਾ ਪਾਵਾ ਚੁੱਕਿਆ ਗਿਆ ਸੀ ਤਾਂ ਮੈਂ ਲੱਤ ਰੱਖਤੀ ਸੀ। ਇਹ ਕੋਈ ਤਰੀਕਾ ਲੱਤ ਰੱਖਣ ਦਾ? ਮਤਲਬ ਜੇ ਚੰਨੀ ਹੋਣਾ ਦੇ ਲੱਤ ਦੇ ਉੱਤੇ ਕੋਈ ਕੀੜਾ ਚੜਦਾ ਹੋਊਗਾ ਤਾਂ ਤੂੰ ਠੁੱਡ ਮਾਰ ਕੇ ਥੋੜੀ ਲਾਏਗਾ ਯਾਰ। ਮਤਲਬ ਤੁਸੀਂ ਉੱਥੇ ਕਿਸੇ ਬੰਦੇ ਨੂੰ ਬਿਠਾ ਦਿੰਦੇ, ਕਿਸੇ ਨੂੰ ਮਤਲਬ ਹੱਥ ਨਾਲ ਨੱਪ ਦਿੰਦੇ। ਮਤਲਬ ਐਡਾ ਮਤਲਬ ਹਲਕੇ ਦੇ ਵਿੱਚ ਮਤਲਬ ਇਸ ਤਰ੍ਹਾਂ ਲਿਆ ਜਾ ਰਿਹਾ। ਇਹਨਾਂ ਚੀਜ਼ਾਂ ਦੇ ਉੱਤੇ ਸਾਰਾ ਸੋਚ ਵਿਚਾਰ ਕਰਨ ਦੀ ਲੋੜ ਹੈ, ਕਿਉਂਕਿ ਬਹੁਤ ਜ਼ਿਆਦਾ ਵਿਗਾੜ ਹੈ ਸਾਡੀ ਬਿਊਰੋਕ੍ਰੇਸੀ। ਕਸੂਰ ਕਿਹਦਾ ਹੈ? ਚੰਨੀ ਦਾ ਕਸੂਰ ਹੈ ਜਿਹੜੇ ਮੁੱਖ ਮੰਤਰੀ ਨੇ ਜਿਹੜੇ ਸਖਤੀ ਨਹੀਂ ਵਰਤਦੇ ਪਏ, ਜਾਂ ਫਿਰ ਉਹਨਾਂ ਅਫਸਰਾਂ ਦਾ ਕਸੂਰ ਆ ਜਿਹੜੇ ਕਿ ਉਹ ਮੰਨਣ ਨੂੰ ਰਾਜੀ ਨਹੀਂ ਹੈ, ਜਾਂ ਫਿਰ ਨਵਜੋਤ ਸਿੰਘ ਸਿੱਧੂ ਆਪਣੇ ਟਰੈਕ ਦੇ ਉੱਤੇ ਸਹੀ ਚੱਲਦੇ ਪਏ ਨੇ, ਉਹ ਦੱਸਣ ਦੀ ਕੋਸ਼ਿਸ਼ ਕਰਦੇ ਪਏ ਨੇ ਕਿ ਤੁਸੀਂ ਮੁੱਖ ਮੰਤਰੀ ਜੇ, ਤੁਸੀਂ ਆਪਣਾ ਰਵੱਈਆ ਜਿਹੜਾ ਮੁੱਖ ਮੰਤਰੀ ਵਾਲਾ ਰੱਖੋ ਜਿਸ ਤਰ੍ਹਾਂ ਮੈਂ ਰੱਖਿਆ। ਮੈਂ ਸੁਖਚੈਨ ਜੀ ਤੁਹਾਨੂੰ ਇਹ ਚੀਜ਼ ਪੁੱਛ ਲਈ ਨਾ ਕਿ ਚੰਨੀ ਸਾਹਿਬ ਦੇ ਮੰਜੇ ਦੇ ਉੱਤੇ ਤੇ ਲੱਤ ਰੱਖ ਲਈ, ਨਵਜੋਤ ਸਿੰਘ ਸਿੱਧੂ ਹੁੰਦਾ ਉੱਥੇ ਬੈਠਾ ਤੇ ਇਹ ਬੰਦਾ ਉਹਦੇ ਮਗਰ ਮੰਜੇ ਤੇ ਲੱਤ ਰੱਖਦਾ, ਕਿਉਂਕਿ ਸੀਐਮ ਕਿਸੇ ਹੋਰ ਮਤਲਬ ਮੋਹਰ ਕਿਸੇ ਹੋਰ ਦੇ ਹੱਥ ਹੈ, ਪਾਵਰ ਕਿਸੇ ਹੋਰ ਨੂੰ ਮਤਲਬ ਦੱਸੀ ਜਾ ਰਹੀ ਸੀ। ਇਹ ਪਾਵਰ ਮੈਂ ਉਦੋਂ ਵੀ ਚੰਨੀ ਸਾਹਿਬ ਨੂੰ ਰਿਟਨ 'ਚ ਮੈਸੇਜ ਕੀਤਾ ਕਿ ਚੰਨੀ ਸਾਹਿਬ ਮਤਲਬ ਮੈਂ ਤਾਂ ਤੁਹਾਨੂੰ ਫੋਨ ਕਰਨ ਦੀ ਵੀ ਕੋਸ਼ਿਸ਼ ਕੀਤੀ, ਹੋ ਸਕਦਾ ਸਿੱਧੂ ਦੇ ਡਰੋਂ ਤੁਸੀਂ ਮੇਰਾ ਹੁਣ ਫੋਨ ਨਹੀਂ ਚੁੱਕਦੇ, ਅੱਗੇ ਤੇ ਮੇਰੇ ਨਾਲ ਰੂਟੀਨ 'ਚ ਤੁਸੀਂ ਗੱਲਬਾਤ ਕਰਦੇ ਸੀਗੇ, ਨਾ ਚੁੱਕੋ ਕੋਈ ਗੱਲ ਨਹੀਂ। ਤੁਹਾਨੂੰ ਮੈਂ ਮੈਸੇਜ ਕੀਤਾ ਕਿ ਚੰਨੀ ਸਾਹਿਬ ਇਹਦੇ ਚੁੰਗਲ 'ਚੋਂ ਨਿਕਲੋ, ਜੋ ਤੁਹਾਡਾ ਸਾਦਾਪਣ ਜਾਂ ਜੋ ਤੁਹਾਡੀ ਕਾਬਿਲਤਾ ਹੈ ਉਹਦੇ ਨਾਲ ਤੁਸੀਂ ਫੈਸਲੇ ਲਓਗੇ ਤੇ ਲੋਕ ਤੁਹਾਨੂੰ ਪਿਆਰ ਵੀ ਕਰਨਗੇ, ਲੋਕ ਤੁਹਾਨੂੰ ਤਾਕਤ ਵੀ ਦੇਣਗੇ। ਤੇ ਜੇ ਤੁਸੀਂ ਇਹਦੇ ਅਕੋਰਡਿੰਗ ਚੱਲਦੇ ਰਹੇ ਤੇ ਲੋਕ ਤੁਹਾਨੂੰ ਬਹੁਤਾ ਲੰਮਾ ਸਮਾਂ ਪਸੰਦ ਨਹੀਂ ਕਰਨਗੇ। ਜੇ ਵਜ਼ਾਰਤ ਦੇ ਵਿੱਚ ਹੋਰ ਕਿੰਨੇ ਭ੍ਰਿਸ਼ਟ
ਤੁਸੀਂ ਮੰਤਰੀ ਲੈ ਲੈਣੇ, ਮੈਂ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਸਾਰਿਆਂ ਦੀਆਂ ਡਿਟੇਲਾਂ ਦੇ ਦਾਂਗਾ, ਪਿਛਲੀਆਂ ਵੀ ਤੇ ਅਗਲੇ ਕੰਮ ਕੱਢ ਕੇ ਦੱਸ ਦਾਂਗਾ, ਮਤਲਬ ਚੰਨੀ ਸਾਹਿਬ ਦੀ ਵਿਚਾਰ ਦੇ ਵਿੱਚ ਵੀ ਆ ਵੀ ਕੰਮ ਗਲਤ ਹੋਏ ਨੇ। ਸੋ ਇਹਨਾਂ ਦੇ ਉੱਤੇ ਪਕੜ ਜਿਹੜੀ ਚਰਨਜੀਤ ਸਿੰਘ ਚੰਨੀ ਦੀ, ਉਹਨਾਂ ਨੂੰ ਹੁਣ ਮਾਸੂਮ ਬਣ ਕੇ ਕੰਮ ਨਹੀਂ ਕਰਨਾ ਪਊਗਾ, ਉਹਨਾਂ ਨੂੰ ਮਤਲਬ ਇਹ ਲਾਚਾਰਤਾ ਨਾਲ ਕੰਮ ਨਹੀਂ ਕਰਨਾ ਪਊਗਾ। ਉਹ ਮੁੱਖ ਮੰਤਰੀ ਬਣ ਗਿਆ ਤੇ ਸਾਡੇ ਸੂਬੇ ਦੇ ਵਿੱਚ ਸਭ ਨੂੰ ਮਤਲਬ ਪ੍ਰਾਈਮ ਹੈ, ਫਾਦਰ ਆਫ ਸਟੇਟ ਹੈ ਸਾਡੀ ਉਹ, ਮਤਲਬ ਉਹਨੂੰ ਇਹ ਨਹੀਂ ਵੇਖਣਾ ਚਾਹੀਦਾ ਵੀ ਇਹ ਕਾਂਗਰਸੀ ਮੇਰੇ ਨਾਲੋਂ ਮਤਲਬ ਪੁਰਾਣਾ ਹੈ ਜਾਂ ਸੀਨੀਅਰ ਹੈ। ਮੁੱਖ ਮੰਤਰੀ ਤੁਸੀਂ, ਔਰ ਫੈਸਲੇ ਤੁਹਾਨੂੰ ਲੈਣੇ ਪੈਣਗੇ ਔਰ ਸਖਤੀ ਨਾਲ ਫੈਸਲੇ ਲਓ। ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਚੱਲਣ ਡਿਆ, ਕੈਪਟਨ ਅਮਰਿੰਦਰ ਸਿੰਘ ਕਿਹਾ ਜਾ ਰਿਹਾ ਕਿ ਬੀਜੇਪੀ ਦੇ ਨਾਲ ਹੱਥ ਮਿਲਾਉਣ ਜਾ ਰਹੇ ਨੇ, ਜੇਕਰ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਬੀਜੇਪੀ 'ਚ ਜਾਂਦੇ ਆ, ਕੀ ਰੁੱਖ ਪਲਟ ਸਕਦਾ ਹੈ? ਕਿ ਲੱਗਦਾ ਹੈ ਕਿ ਬੀਜੇਪੀ ਦੀ ਸਰਕਾਰ ਆ ਸਕਦੀ ਹੈ? ਕਿ ਚੰਨੀ ਜਿਸ ਤਰ੍ਹਾਂ ਦਾ ਬਿਹਾਵ ਲੋਕਾਂ ਨਾਲ ਯੂਜ਼ ਕਰ ਰਹੇ ਆ, ਜਿਸ ਤਰੀਕੇ ਨਾਲ ਲੋਕਾਂ ਦੇ ਵਿੱਚ ਵਿਚਰ ਰਹੇ ਆ, ਜ਼ਮੀਨੀ ਪੱਧਰ ਤੇ ਮਿਲ ਰਹੇ ਆ, ਕਿ ਉਹਨਾਂ ਦੀ ਸਰਕਾਰ ਆਏਗੀ? ਕਿਸ ਤਰੀਕੇ ਨਾਲ ਤੁਸੀਂ ਕੀ ਸੋਚਦੇ ਹੋ? ਦੇਖੋ, ਜੋ ਚੰਨੀ ਸਾਹਿਬ ਦਾ ਸਲੂਕ ਰਿਹਾ ਹੈ ਪਬਲਿਕ ਦੇ ਨਾਲ, ਜੋ ਉਹਨਾਂ ਦਾ ਵਿਚਰਨਾ ਜਿਸ ਤਰੀਕੇ ਸੀਗਾ, ਉਹ ਮੈਨੂੰ ਵੀ ਚੰਗੇ ਲੱਗਣ ਲੱਗ ਪਏ। ਪਰ ਮੈਂ ਇੱਕ ਗੱਲ ਬਾਰ-ਬਾਰ ਇਹ ਵੀ ਨਾਲ ਕਹੀ ਸੀ ਕਿ ਚੰਨੀ ਸਾਹਿਬ ਲੈਕਚਰ ਬਹੁਤ ਵਧੀਆ, ਵਿਚਾਰ ਬਹੁਤ ਵਧੀਆ ਨੇ, ਸੋਚ ਬਹੁਤ ਵਧੀਆ। ਹੁਣ ਰਿਜ਼ਲਟ ਇਹਦੇ ਉੱਤੇ 90 ਦਿਨਾਂ ਦੇ ਵਿੱਚ ਕੀ ਦੇ ਪਾਉਂਦੇ ਹੋ, ਇਹਦਾ ਕੀ ਰੋਡ ਮੈਪ ਤਿਆਰ ਕਰਦੇ ਹੋ, ਇਹ ਤੁਹਾਡੇ ਜਿਹੜੇ ਮਤਲਬ ਨੰਬਰ ਨੇ ਉਹਦੇ ਨਾਲ ਲੱਗਣੇ ਨੇ। ਲੈਕਚਰ ਬੋਲਣ ਦੇ ਵਿੱਚ ਤੇ ਫਿਲਮੀ ਡਾਇਲੌਗ ਵੀ ਬੜੇ ਮਤਲਬ ਤੁਹਾਨੂੰ ਚੰਗੇ ਲੱਗਦੇ ਨੇ, ਉਹਦੇ ਉੱਤੇ ਕੰਮ ਕਰਨ ਦੀ ਲੋੜ ਹੈ। ਉਹ ਕਿੰਨੀ ਮਤਲਬ ਨਿਸ਼ਠਾ ਦੇ ਨਾਲ ਤੁਸੀਂ ਕੰਮ ਕਰ ਪਾਉਂਦੇ ਹੋ, ਕਿੰਨੀ ਸਖਤੀ ਦੇ ਨਾਲ ਕੰਮ ਕਰ ਪਾਉਂਦੇ ਹੋ। ਮਤਲਬ ਫੌੜੀਆਂ ਦੇ ਸਿਰ ਤੇ ਉਹਨੂੰ ਮਨਾ, ਉਹ ਮੰਤਰੀ ਰੁੱਸ ਗਿਆ ਉਹਨੂੰ ਮਨਾ, ਇਸ ਤਰੀਕੇ ਤੇ ਕਰਪਸ਼ਨ ਦੂਰ ਹੀ ਨਹੀਂ ਹੋ ਸਕਦੀ। ਤੁਹਾਨੂੰ ਨਿਸ਼ਠਾ ਦੇ ਨਾਲ ਕੰਮ ਕਰਨਾ ਪਊਗਾ, ਤੁਹਾਨੂੰ ਮਨ 'ਚ ਇੱਕ ਸੋਚ ਲੈ ਕੇ ਆਉਣੀ ਪਊਗੀ। ਮੈਂ ਤਾਂ ਤੁਹਾਡਾ ਜੋ ਵੀ ਸੇਵ ਕਰ ਲਿਆ, ਜਿਹੜਾ ਤੁਸੀਂ ਸ਼ਹੀਦ ਭਗਤ ਸਿੰਘ ਦੇ ਉੱਤੇ ਉੱਥੇ ਉਹਨਾਂ ਦੀ ਉਹ ਜਿਹੜੀ ਬੁੱਕ ਹੈ ਉਹਦੇ ਉੱਤੇ ਵਿਜ਼ਟਰ ਬੁੱਕ ਦੇ ਵਿੱਚ ਲਿਖ ਕੇ ਆਏ ਹੋ ਕਿ ਮੈਂ ਕੋਈ ਵੀ ਫੈਸਲਾ ਕਰਨ ਤੋਂ ਪਹਿਲਾਂ ਇਹ ਸੋਚਿਆ ਕਰੂੰਗਾ ਕਿ ਸ਼ਹੀਦ ਭਗਤ ਸਿੰਘ ਮੈਨੂੰ ਦੇਖ ਰਿਹਾ, ਕੋਈ ਵੀ ਕਿਤਾਈ ਹੋਈ ਤਾਂ ਮੈਂ ਤੁਹਾਨੂੰ ਉਹ ਨੋਟ ਵੀ ਨਾਲ ਜ਼ਰੂਰ ਪਾਇਆ ਕਰੂੰਗਾ। ਮਤਲਬ ਜੇ ਤੁਸੀਂ ਸ਼ਹੀਦ ਭਗਤ ਸਿੰਘ ਦੀ ਸੋਚ ਵੇਖਣੀ ਹੈ ਜਾਂ ਉਹਦੇ ਉੱਤੇ ਕੰਮ ਕਰਨਾ, ਤੇ ਫਿਰ ਤੁਹਾਨੂੰ ਮਤਲਬ ਮੈਂ ਪੰਜਾਬੀ 'ਚ ਕਹਾਂ ਕੁੱਤੇ ਬਿੱਲਿਆਂ ਦੀ ਪਰਵਾਹ ਕਰਨ ਦੀ ਲੋੜ ਨਹੀਂ, ਫਿਰ ਤੁਹਾਨੂੰ ਆਪਣੀ ਨਿਸ਼ਠਾ ਨਾਲ ਕੰਮ ਕਰਨਾ ਪਊਗਾ। ਔਰ ਸ਼ਹੀਦ ਭਗਤ ਸਿੰਘ ਦੀ ਸੋਚ ਦੇ ਉੱਤੇ ਇਹ ਕੰਮ ਕਰੋ ਕਿ ਯਾਰ ਮੈਂ ਰਵਾਂ 5 ਦਿਨ ਮੁੱਖ ਮੰਤਰੀ, ਮੈਂ ਰਵਾਂ 50 ਦਿਨ, ਮੈਂ ਰਵਾਂ 5 ਸਾਲ, ਜਿੰਨਾ ਚਿਰ ਰਹੂੰਗਾ ਮਤਲਬ ਪੂਰੇ ਪੰਜਾਬ ਲਈ ਕੰਮ ਕਰੂੰਗਾ, ਨਿਸ਼ਠਾ ਨਾਲ ਕਰੂੰਗਾ ਔਰ ਇਮਾਨਦਾਰੀ ਨਾਲ ਤੇ ਦਲੇਰੀ ਨਾਲ ਕਰੂੰਗਾ। ਤੇ ਜੇ ਆਪਾਂ ਟਾਈਮ ਹੀ ਕੱਢਣਾ, ਆ ਰੁੱਸ ਗਿਆ ਉਹ ਮੰਨ ਗਿਆ, ਤੇ ਫਿਰ ਉਹਦੇ ਵਿੱਚ ਤੇ ਕਰਪਸ਼ਨ ਦੂਰ ਹੀ ਨਹੀਂ ਹੋ ਸਕਦੀ। ਇੱਥੇ ਤੇ ਇਹ ਥੋੜੇ ਦਿਨਾਂ 'ਚ ਹੀ ਬਲੈਕਮੇਲ ਹੋਣੇ ਸ਼ੁਰੂ ਹੋ ਜਾਣਗੇ ਵੀ ਆਹ ਕਰੋ, ਤੇ ਮੈਨੂੰ ਤੇ ਮੈਂ ਸਰਕਾਰ ਦਾ ਅੱਗੋਂ ਵੀ ਤੁਹਾਨੂੰ ਕੋਈ ਖੁਲਾਸਾ ਕਰੂੰਗਾ। ਮੈਨੂੰ ਤੇ ਪਤਾ ਲੱਗਾ ਵੀ ਕਈ ਮੰਤਰੀ ਬੜੇ ਬਲੈਕਮੇਲ ਕਰਕੇ ਬੜੇ ਨੇ ਦਿੱਲੀ ਜਾਂ ਮਤਲਬ ਪੰਜਾਬ ਗੌਰਮੈਂਟ ਨੂੰ ਵੀ ਸਾਡੇ ਕੋਲ ਆ ਹੈ ਤਾਂ ਸਾਡੇ ਕੋਲ ਆ। ਇਹਨਾਂ ਚੀਜ਼ਾਂ ਦੇ ਉੱਤੇ ਮਤਲਬ ਜੇ ਤੁਹਾਨੂੰ ਟਾਈਮ ਦੇ ਦਿੱਤਾ, ਕੁਦਰਤ ਨੇ ਤੁਹਾਨੂੰ, ਪ੍ਰਮਾਤਮਾ ਨੇ ਮੌਕਾ ਦੇ ਦਿੱਤਾ, ਤੇ ਫਿਰ ਬੜੀ ਸਖਤੀ ਨਾਲ ਤੁਹਾਨੂੰ ਕੰਮ ਕਰਨਾ ਪਊਗਾ। ਕੈਪਟਨ ਅਮਰਿੰਦਰ ਸਿੰਘ ਜੀ ਹੱਥ ਮਿਲਾ ਲੈਂਦੇ ਆ ਬੀਜੇਪੀ ਨਾਲ, ਫਿਰ ਲੱਗਦਾ ਕਿ ਰੁੱਖ ਪਲਟੇਗਾ, ਦੇਖੋ ਫਰਕ ਪਏਗਾ ਚੰਨੀ ਨੂੰ? ਦੇਖੋ, ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ ਕਿ ਕੁਝ ਵੀ ਹਾਲਾਤ, ਇਹ ਸਿਆਸਤ ਹੈ। ਕਹਿੰਦੇ ਨਾ ਵੀ ਜਿੱਦਾਂ ਕ੍ਰਿਕਟ ਹੁੰਦਾ ਵੀ ਲੱਕ ਦੇ ਉੱਤੇ ਜਾਂ ਚਾਂਸ ਕਿਸੇ ਟਾਈਮ ਵੀ ਪਲਟ ਸਕਦਾ, ਵੀ ਇੰਨਾ ਜ਼ਿਆਦਾ ਮਤਲਬ ਲੁੱਟਿਆ ਗਿਆ ਸੂਬੇ ਨੂੰ, ਵੀ ਇੰਨੀ ਜ਼ਿਆਦਾ ਮਤਲਬ ਪੰਜਾਬ ਦਾ ਰੈਵਨਿਊ ਲੁੱਟਿਆ ਗਿਆ, ਜਿਹਦੇ ਕਰਕੇ ਬੱਚੇ ਬਾਹਰ ਚਲ ਗਏ, ਇੱਥੇ ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲਿਆ, ਇੱਥੇ ਸਾਡੇ ਸਕੂਲ ਠੀਕ ਨਹੀਂ ਹੋ ਸਕੇ। ਉਹਨਾਂ ਮੁੱਦਿਆਂ ਦੇ ਉੱਤੇ ਵੀ ਤੇ ਕਾਰਵਾਈ ਹੋ ਸਕਦੀ, ਉਹਨਾਂ ਦੇ ਉੱਤੇ ਵੀ ਤੇ ਇਨਕੁਆਇਰੀ ਚੱਲ ਸਕਦੀ ਹੈ ਨਾ, ਵੀ ਇਹ ਕਿਵੇਂ ਮਤਲਬ ਬੱਸਾਂ ਚੱਲਦੀਆਂ ਰਹੀਆਂ। ਸੰਤੁਸ਼ਟ ਕਿਸੇ ਕੋਲੋਂ ਕਿਉਂ ਨਹੀਂ ਹੋਇਆ ਜਾਂਦਾ? ਮੈਂ ਕਹਿੰਦਾ ਕਿ ਸੰਤੁਸ਼ਟ ਇੱਥੇ ਜਿਹੜਾ ਬੰਦਾ ਆਉਂਦਾ ਨਾ, ਉਹ ਦੁਕਾਨਦਾਰ ਬਣ ਜਾਂਦਾ। ਸਿਆਸਤ ਤੇ ਵਪਾਰ ਦੋ ਚੀਜ਼ਾਂ ਨਹੀਂ ਹੈਗੀਆਂ। ਸਿਆਸਤ ਸੇਵਾ, ਜਿਹਨੂੰ ਸੋਚ ਸਮਝ ਕੇ ਕੀਤਾ ਜਾਵੇ, ਮਤਲਬ ਇਹਨੂੰ ਵਪਾਰ ਸਮਝਿਆ ਜਾਂਦਾ। ਔਰ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਬੜਾ ਦੁੱਧ ਧੋਤਾ ਹੋਊਂਗਾ, ਮੈਂ ਬੜਾ ਸਾਫ਼ ਸੁਥਰਾ ਹੋਊਂਗਾ ਕਿ ਮੈਨੂੰ ਮੁੱਖ ਮੰਤਰੀ ਬਣਾ ਦਿਓ ਤੇ ਮੈਂ ਸਾਰਾ ਪੰਜਾਬ 1 ਮਿੰਟ 'ਚ ਸਿੱਧਾ ਕਰ ਦੂੰਗਾ। ਇਹ ਪੋਸੀਬਲ ਨਹੀਂ ਹੈ। ਕੱਲ ਨੂੰ ਹੋ ਸਕਦਾ ਮੈਂ ਮੁੱਖ ਮੰਤਰੀ ਬਣ ਜਾ, ਮੇਰੇ ਅੱਗੇ ਕਿੰਨੇ ਕੁ ਨੋਟਾਂ ਦੇ ਢੇਰ ਲੱਗਣੇ ਨੇ ਤੇ ਮੇਰਾ ਦਿਮਾਗ ਫਿਰਦਿਆਂ ਕਿੰਨਾ ਕੁ ਟਾਈਮ ਲੱਗਣਾ। ਇਹਦੇ ਉੱਤੇ ਸਖਤੀ ਕਰਨੀ ਛੱਡ ਦਿੱਤੀ। ਪਿਛਲੇ ਲੁੱਟ ਕੇ ਲੈ ਗਏ, ਅਗਲਿਆਂ ਨੇ ਅੱਖਾਂ ਬੰਦ ਕਰ ਲਈਆਂ, ਅਗਲੇ ਲੁੱਟ ਕੇ ਲੈ ਗਏ, ਉਤੋਂ ਆਉਣ ਵਾਲਿਆਂ ਨੇ ਅੱਖਾਂ ਬੰਦ ਕਰ ਲੈਣੀਆਂ ਨੇ। ਕਿਸੇ ਇੱਕ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਸੀਗੀਆਂ, ਉਹਨਾਂ ਦੇ ਜੇਲ੍ਹਾਂ ਦੇ ਵਿੱਚ ਮਤਲਬ ਉਹਨਾਂ ਨੂੰ ਰੋਲਣਾ ਚਾਹੀਦਾ ਸੀਗਾ ਕਿ ਯਾਰ ਤੁਸੀਂ ਪੰਜਾਬ ਦਾ ਪੈਸਾ ਖਾਧਾ, ਪੰਜਾਬ ਦੇ ਬੱਚਿਆਂ ਦਾ ਭਵਿੱਖ ਖਾਧਾ, ਮਤਲਬ ਤੁਸੀਂ ਇਹ ਸਾਰਾ ਕੁਝ ਪੰਜਾਬ ਨੂੰ ਲੁੱਟਿਆ। ਇਹੋ ਜਿਹੀਆਂ ਮਿਸਾਲਾਂ ਕਾਇਮ ਕੀਤੀਆਂ ਜਾਂਦੀਆਂ ਤੇ ਅਗਲੀ ਵਾਰੀ ਬੰਦਾ ਆਉਂਦਾ ਜਿਹੜਾ ਉਹਨੂੰ ਡਰਦਾ, ਯਾਰ ਪਿਛਲੇ ਦਾ ਹਾਲ ਕੀ ਹੋਇਆ। ਇੱਥੇ ਲੋਕੀ ਵੇਖਦੇ ਆ ਵੀ ਯਾਰ ਉਹ ਪਿਛਲੇ ਨੇ ਆਹ ਕੀਤਾ, ਅਗਲੇ ਨੇ ਕੁਝ ਨਹੀਂ ਕੀਤਾ, ਆਪਾਂ ਵੀ ਆ ਕੇ ਕਰ ਲਈ, ਉਹਨੇ ਕੁਝ ਨਹੀਂ ਕਰਨਾ। ਸ਼ਹੀਦ ਭਗਤ ਸਿੰਘ ਦੇ ਬਾਰੇ ਲਿਖਣਾ ਬਹੁਤ ਸੌਖਾ, ਸ਼ਹੀਦ ਭਗਤ ਸਿੰਘ ਬਣਨਾ ਬਹੁਤ ਔਖਾ। ਮੈਂ ਤਾਂ ਨਹੀਂ ਬਣ ਸਕਦਾ। ਮਤਲਬ ਤੁਸੀਂ ਦੇਖੋ, ਉਹਨੇ ਸੋਚਿਆ ਹੀ ਕੁਝ ਨਹੀਂ ਆਪਣੇ ਪਰਿਵਾਰ ਦਾ, ਕੀ ਮਾਂ ਕੀ ਬਾਪ, ਉਹਨੇ ਸਿਰਫ ਆਪਣੇ ਦੇਸ਼ ਦਾ ਸੋਚਿਆ। ਅਸੀਂ ਲੋਕ ਉਹ ਨਹੀਂ ਹੈਗੇ। ਮੈਂ ਇਹਨਾਂ ਪੋਲੀਟੀਸ਼ੀਅਨ ਨੂੰ ਇੱਕ ਐਡਵਾਈਸ ਦਿੰਦਾ ਕਿ ਪਰਿਵਾਰ ਦਾ ਤੁਸੀਂ ਸੋਚਦੇ ਹੋ, ਸੋਚੋ, ਪਰ ਇੰਨਾ ਜ਼ਿਆਦਾ ਨਹੀਂ। 90% ਕੰਮ ਤੁਸੀਂ ਆਪਣੇ ਸੂਬੇ ਲਈ, ਆਪਣੇ ਦੇਸ਼ ਲਈ, ਆਪਣੇ ਸਮਾਜ ਲਈ ਕਰੋ। ਤੁਸੀਂ 10% ਆਪਣੇ ਪਰਿਵਾਰ ਨੂੰ ਵੀ ਟਾਈਮ ਦਿਓ, ਉਹਨਾਂ ਲਈ ਵੀ ਕੰਮ ਕਰੋ। ਮਤਲਬ ਤੁਹਾਡੇ ਬੱਚਿਆਂ ਦੀਆਂ ਖੁਆਇਸ਼ਾਂ ਵੀ ਹੋ ਸਕਦੀਆਂ, ਪਰ ਇੱਥੇ ਉਲਟਾ ਹੋ ਰਿਹਾ। 90% ਜਿਹੜਾ ਕੰਮ ਹੈ
ਉਹ ਆਪਣੇ ਲਈ ਕੀਤਾ ਜਾਂਦਾ ਤੇ 10% ਜਿਹੜੀ ਸੇਵਾ ਤੇ ਸਿਆਸਤ ਵਿਖਾਈ ਜਾਂਦੀ ਉਹ ਲੋਕਾਂ ਨੂੰ ਸਿਰਫ ਅੱਜ ਕੱਲ ਵਧੀਆ ਚੱਲ ਗਿਆ ਨਾ। ਅੱਗੇ ਤੇ ਅਖਬਾਰ ਆਉਂਦੀ ਸੀ ਸਵੇਰੇ ਪੜ੍ਹੀ ਤੇ ਬਈ ਹੋ ਗਈ। ਹੁਣ ਸੋਸ਼ਲ ਮੀਡੀਆ ਦੇ ਉੱਤੇ ਸਾਰਾ ਦਿਨ ਜੋ ਮਰਜ਼ੀ ਪਾਈ ਜਾਓ। ਕਿਤੇ ਕਿਸੇ ਨੂੰ ਕੋਈ ਬੂਟ ਵੰਡਤੇ 2 ਜੋੜੇ, ਕਿਤੇ ਕਿਸੇ ਨੂੰ ਕੋਈ ਰਾਸ਼ਨ ਵੰਡ ਦਿੱਤਾ ਤੇ ਉਹਦੀ ਲੰਬੀ ਚੌੜੀ ਵੀਡੀਓ ਤੁਸੀਂ ਮਤਲਬ ਬਣਾ ਕੇ ਪਾਉਂਦੇ ਹੋ। ਮੈਂ ਵੀ ਪਾਉਣਾ, ਮੈਂ ਮਤਲਬ ਇਹ ਮੁੱਕਰਦਾ ਨਹੀਂ, ਪਰ ਜਿੰਨਾ ਕੰਮ ਕਰਦਾ ਮੈਂ ਨਿਸ਼ਠਾ ਨਾਲ ਕਰਦਾ, ਮੈਂ ਬੇਈਮਾਨੀ ਨਾਲ ਨਹੀਂ ਕਰਦਾ। ਮੰਨਾ ਜੀ ਇਹ ਗੱਲ ਤੇ ਹਰ ਕੋਈ ਕਹਿੰਦਾ ਕਿ ਜਿਹੜਾ ਕੰਮ ਮੈਂ ਕੀਤਾ ਉਹ ਬਹੁਤ ਵਧੀਆ ਕੀਤਾ। ਲੋਕਾਂ ਨੂੰ ਵਿਸ਼ਵਾਸ ਕਿਸ ਤਰ੍ਹਾਂ ਦਿਲਾਵਾਂਗੇ ਅਸੀਂ ਕਿ ਵਾਕਿਆ ਹੀ ਇਹ ਕੰਮ ਵਧੀਆ ਵਾ। ਸੋਸ਼ਲ ਮੀਡੀਆ ਤੇ ਜਦੋਂ ਤੁਸੀਂ ਆਪਣੀ ਕੋਈ ਪੋਸਟ ਪਾਉਂਦੇ ਜੇ ਲੱਖਾਂ ਲੋਕ ਵੇਖਦੇ ਆ, ਪਸੰਦ ਕਰਦੇ ਨੇ, ਪਰ ਇਲਾਕੇ ਦੇ ਲੋਕ ਥੋੜੀ 10 ਲੱਖ ਲੋਕ ਹੁੰਦੇ ਆ, ਉਹ ਸਾਰੀ ਦੁਨੀਆ ਦੇ ਲੋਕ ਦੱਸ। ਮੈਂ ਦੱਸ ਰਿਹਾ ਜੀ, ਮੈਂ ਇਲਾਕੇ ਦੇ ਲੋਕ ਤੇ ਤਾਂ ਵੇਖਾਂਗਾ ਜੇ ਮੇਰਾ ਕੋਈ ਇਲੈਕਸ਼ਨ ਲੜਨ ਦਾ ਮਨਸ਼ਾ ਹੋਏਗਾ ਕਿ ਮੈਂ ਸਿਰਫ ਇੰਨੇ ਲੋਕਾਂ ਨੂੰ ਵਿਖਾਉਣਾ। ਇੱਕ ਟੀਚਾ ਸੀਗਾ, ਮੈਂ ਛੱਡ ਦਿੱਤਾ ਕਿ ਰੱਬਾ ਮੈਂ ਬਣਾ ਚਾਹੇ ਨਾ ਬਣਾ, ਜਿੰਨਾ ਲੋਕ ਮੈਨੂੰ ਪਿਆਰ ਕਰਦੇ ਨੇ ਮੈਂ ਉਹਦੇ ਉੱਤੇ ਮਤਲਬ ਕਾਇਮ ਰਹਿਣਾ ਚਾਹੁੰਦਾ। ਉਹਨਾਂ ਦੀ ਸੋਚ ਦੇ ਉੱਤੇ, ਆਸ ਦੇ ਉੱਤੇ ਕਾਇਮ ਰਹਿਣਾ ਚਾਹੁੰਦਾ। ਮੈਂ ਸਾਰਿਆਂ ਨੂੰ ਐਡਵਾਈਸ ਦਿੰਦਾ ਕਿ ਤੁਹਾਨੂੰ ਅੱਜ ਕੱਲ ਤੇ ਕੋਈ ਮਤਲਬ ਫਰਕ ਹੀ ਨਹੀਂ ਹੈਗਾ। ਤੁਹਾਡੀ ਜਿਹੜੀ ਜੱਜਮੈਂਟ ਹੈ, ਤੁਹਾਡਾ ਜਿਹੜਾ ਸਰਟੀਫਿਕੇਟ ਹੈ, ਮਤਲਬ ਕਰੈਕਟਰ ਕਹਿ ਲਓ, ਜਾਂ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਕਿੰਨੇ, ਜਾਂ ਤੁਹਾਡੇ ਕੰਮਾਂ ਨੂੰ ਕਿੰਨੇ % ਮਤਲਬ ਨੰਬਰ ਮਿਲਦੇ ਨੇ, ਕਿ ਸੋਸ਼ਲ ਮੀਡੀਆ ਦੇ ਉੱਤੇ ਲੋਕ ਤੁਹਾਨੂੰ ਥੱਲੇ ਲਿਖਦੇ ਹੀ ਨੇ ਨਾ। ਮਤਲਬ ਤੁਸੀਂ ਚੰਗੇ ਹੋ, ਤੁਸੀਂ ਮਾੜੇ ਹੋ। ਇੱਥੇ ਵੀ ਮਤਲਬ ਭ੍ਰਿਸ਼ਟਾਚਾਰ ਹੈ। ਮੈਂ ਤੁਹਾਨੂੰ ਦੱਸਦਾ, ਜਿਹੜਾ ਮੇਰੀ ਫੇਸਬੁੱਕ ਤੇ ਜਾਂ ਤੁਹਾਡੇ ਚੱਲਦਾ, ਤੁਹਾਡੇ ਪੇਜ ਦੇ ਉੱਤੇ ਤੇ ਆਪਾਂ ਇਹ ਲਿਖ ਦਾਂਗੇ ਵੀ ਯਾਰ ਮੈਨੂੰ ਕੋਈ ਮਾੜਾ ਕਮੈਂਟ ਆਇਆ ਮੈਂ ਡਿਲੀਟ ਕਰ ਦੂੰਗਾ। ਆ ਡੇਲੀ ਪੋਸਟ ਦੇ ਉੱਤੇ ਮੇਰੇ ਨਾਂ ਤੇ ਕੋਈ ਕਮੈਂਟ ਆਊਗਾ ਤੁਹਾਨੂੰ ਮੈਂ ਡਿਲੀਟ ਥੋੜੀ ਕਰ ਸਕਦਾ। ਮਤਲਬ ਉਹਨੂੰ ਉੱਥੋਂ ਤੁਸੀਂ ਨਤਾਰਾ ਆਪਣੇ ਕਰੈਕਟਰ ਦਾ, ਆਪਣੇ ਕਿਰਦਾਰ ਦਾ ਲਾਓ ਨਾ, ਕਿ ਲੋਕ ਤੁਹਾਨੂੰ ਪਿਆਰ ਕਰਦੇ ਨੇ, ਤੁਹਾਡੇ ਕੰਮਾਂ ਨੂੰ ਐਕਸੈਪਟ ਕਰਨਾ ਚਾਹੁੰਦੇ ਨੇ। ਇੱਥੇ ਮੈਂ ਕਈ ਪੋਲੀਟੀਸ਼ੀਅਨ ਇਹੋ ਜਿਹੇ ਵੇਖੇ ਨੇ। ਮੈਂ ਇੱਕ ਬੰਦੇ ਨੂੰ ਫੋਨ ਕੀਤਾ, ਮੈਂ ਕਿਹਾ ਯਾਰ ਤੈਨੂੰ ਮਤਲਬ ਬੜਾ ਵੱਡਾ ਪੋਲੀਟੀਸ਼ੀਅਨ ਹੈ, ਮਤਲਬ 50-100 ਗਨਮੈਨ ਵੀ ਹੋਊਗਾ ਉਹਦੇ ਕੋਲ। ਮੈਂ ਕਿਹਾ ਯਾਰ ਤੈਨੂੰ ਲੋਕ ਗਾਲਾਂ ਬੜੀਆਂ ਕੱਢਦੇ ਨੇ ਥਲੇ, ਮਤਲਬ ਆ ਵਤਵਾ ਤੁਸੀਂ ਬੋਲ ਦਿੰਦੇ ਹੋ। ਤੇ ਉਹ ਬੰਦੇ ਦੀ, ਹਰ ਬੰਦੇ ਦੀ ਆਪਣੀ ਮੈਂਟੈਲਿਟੀ ਹੈ, ਹਰ ਬੰਦੇ ਦੀ ਆਪਣੀ ਸੋਚ ਹੈ। ਉਹ ਕਹਿੰਦਾ ਯਾਰ ਮੈਨੂੰ ਬੋਲਣ ਦਾ ਮੌਕਾ ਤਾਂ ਮਿਲਿਆ ਨਾ, ਭਾਵੇਂ ਬਦਨਾਮੀ ਸਹੀ, ਲੋਕ ਮੈਨੂੰ ਜਾਣਦੇ ਤੇ ਹੈਗੇ ਨੇ ਨਾ। ਜੇ ਤੁਸੀਂ ਇਸ ਤਰੀਕੇ ਦੀ ਫਿਤਰਤ ਬਣਾ ਲਈ ਮਤਲਬ ਸਿਰਫ, ਤੇ ਤੁਸੀਂ ਮੈਂ ਫਿਰ ਪੰਜਾਬ ਦਾ ਭਵਿੱਖ ਕੀ ਗਿਣਦੇ ਹੋ? ਤੁਸੀਂ ਇਹ ਆਸ ਕਰੋ ਜੋ ਮੈਂ ਬੋਲਿਆ, ਜੋ ਮੈਂ ਕੀਤਾ, ਲੋਕ ਉਹਦੇ ਉੱਤੇ ਮੋਹਰ ਲਾਉਣ। ਮਤਲਬ ਫਿਰ ਤੁਸੀਂ ਲੋਕਾਂ ਦੀ ਰਾਏ ਨੂੰ ਗਿਣਦੇ ਹੀ ਕੁਛ ਨਹੀਂ। ਲੋਕਾਂ ਦੀ ਰਾਏ ਸਿਰਫ ਤੁਸੀਂ ਵੋਟਾਂ ਵਾਲੇ ਦਿਨ ਗਿਣਦੇ ਹੋ। ਮੈਨੂੰ ਕਮੈਂਟ ਆ ਜੇ ਮਤਲਬ ਉੱਥੋਂ ਬਠਿੰਡੇ ਤੋਂ, ਮੈਨੂੰ ਆ ਜੇ ਮਤਲਬ ਪੰਜਾਬ ਦੇ ਕਿਸੇ ਵੀ ਕੋਨੇ ਦੇ ਉੱਤੋਂ, ਮੋਗੇ ਤੋਂ, ਆ ਗੁਰਦਾਸਪੁਰ ਤੋਂ, ਹੈ ਤੇ ਯਾਰ ਪੰਜਾਬੀ ਨੇ ਨਾ। ਕਿਸੇ ਨੂੰ ਮੇਰਾ ਕੰਮ ਚੰਗਾ ਲੱਗਾ, ਉਹ ਵੇਖ ਕੇ ਮੇਰੇ ਵਾਂਗੂ ਉਹ ਅਗਲੇ ਕੰਮ ਵੀ ਕਰਨ ਦੀ ਕੋਸ਼ਿਸ਼ ਕਰਦੇ ਨੇ। ਔਰ ਕਈ ਬੰਦੇ ਮੈਨੂੰ ਲਿਖਦੇ ਨੇ ਕਿ ਭਾਜੀ ਅਸੀਂ ਵੀ ਆ ਸ਼ੁਰੂ ਕੀਤਾ, ਥੋੜਾ ਬਹੁਤਾ ਉਪਰਾਲਾ ਕੀਤਾ। ਮੈਂ ਤਾਂ ਨਹੀਂ ਕਹਿੰਦਾ ਮੈਂ ਬਹੁਤ ਵਧੀਆ ਕੰਮ ਕਰਦਾ, ਵੀ ਮੈਂ ਬੜਾ ਸੁਭਾਅ ਦਾ ਮਿੱਠਾ ਹੋਊਗਾ ਜਾਂ ਕੁਝ ਵੀ ਹੈ, ਪਰ ਜਿੰਨਾ ਵੀ ਕਰਦਾ ਮਤਲਬ ਨੇਕ ਨੀਤੀ ਨਾਲ। ਔਰ ਹਰ ਬੰਦਾ, ਮੈਂ ਇੱਥੇ ਤੁਹਾਨੂੰ ਇਹ ਵੀ ਦੁਰਸਤੀ ਕਰਾਂ ਕਿ ਹਰ ਬੰਦਾ ਆਪਣੀ ਵਾਹਵਾਹੀ ਤੇ ਚਾਹੁੰਦਾ ਹੈ ਨਾ। ਸੁਖਚੈਨ ਜੀ, ਜੇ ਤੁਸੀਂ ਚੰਗੀ ਰਿਪੋਰਟਿੰਗ ਕਰਦੇ ਹੋ ਤੇ ਤੁਸੀਂ ਇਹ ਆਸ ਤੇ ਰੱਖਦੇ ਹੋ ਨਾ, ਜਦੋਂ ਚੌਂਕ 'ਚ ਲੋਕ ਬੈਠੇ ਹੋਣ ਤੇ ਕਹਿਣ ਯਾਰ ਰਿਪੋਰਟਰ ਬੜਾ ਘੈਂਟ। ਮਤਲਬ ਹਿਊਮਨ ਨੇਚਰ ਹੈ। ਪ੍ਰਧਾਨ ਮੰਤਰੀ ਤੋਂ ਲੈ ਕੇ ਚੋਰ ਤੱਕ ਹਰ ਬੰਦਾ ਚਾਹੁੰਦਾ ਕਿ ਯਾਰ ਮੇਰੇ ਪ੍ਰੋਫੈਸ਼ਨ ਦੇ ਵਿੱਚ ਖੂਬੀ ਹੋਵੇ, ਚਾਹੇ ਉਹ ਡਾਕਟਰ ਹੋਵੇ, ਲੋਕ ਮੇਰੇ ਨਾਂ ਦੀ ਚਰਚਾ ਕਰਨ। ਮੈਂ ਵੀ ਹਿਊਮਨ ਨੇਚਰ ਹਾਂ, ਪਰ ਮੈਂ ਇਹ ਚਾਹੁੰਦਾ ਕਿ ਹਾਂ ਯਾਰ ਜੇ ਕਿਤੇ 4 ਬੰਦੇ ਬੈਠੇ ਨੇ ਤੇ ਸਾਨੂੰ ਵੀ ਕਹਿਣ ਕਿ ਯਾਰ ਇਹ ਬੰਦਾ ਵਧੀਆ ਕੰਮ ਕਰ ਰਿਹਾ ਤੇ ਅਸੀਂ ਸਫਲ ਹਾਂ। ਬਿਲਕੁਲ ਇਹ ਗੱਲ, ਇਹ 'ਚ ਕੋਈ ਸ਼ੱਕ ਨਹੀਂ ਹੈ। ਜਦੋਂ ਅਸੀਂ ਕੋਈ ਚੰਗੀ ਪੋਸਟ ਆਪਾਂ ਪੋਸਟ ਤੇ ਲਗਾ ਲਈਏ, ਸੋਸ਼ਲ ਮੀਡੀਆ ਤੇ ਕੋਈ ਪੋਸਟ ਪਾਉਂਦੇ ਆ ਜਾਂ ਫਿਰ ਕੋਈ ਵੀ ਵੀਡੀਓ ਅਸੀਂ ਵਾਇਰਲ ਕਰਦੇ ਹਾਂ, ਉਹਦੇ ਵਿੱਚ ਵੱਖ-ਵੱਖ ਕਮੈਂਟ ਆਉਂਦੇ ਨੇ। ਤਾਂ ਕਮੈਂਟਾਂ ਦੇ ਵਿੱਚ ਬੜੇ ਲੋਕ ਚੰਗਾ ਵੀ ਕਹਿਣ ਵਾਲੇ ਹੁੰਦੇ ਨੇ, ਪਰ ਕਈ ਲੋਕ ਇਸ ਤਰ੍ਹਾਂ ਦੇ ਕਹਿੰਦੇ ਨੇ ਕਿ ਸਿਰਫ ਆਪਣੇ ਆਪ ਨੂੰ TRP ਦੇਣ ਵਾਸਤੇ, ਪੈਸਾ ਇਕੱਠਾ ਕਰਨ ਵਾਸਤੇ ਸਿਰਫ ਭਾਸ਼ਣ ਦਿੱਤਾ ਜਾਂਦਾ। ਉਹਨਾਂ ਦਾ ਜ਼ੁਬਾਨ ਅਸਰ ਕਿਸ ਤਰ੍ਹਾਂ ਬਣਦਾ, ਉਹਨਾਂ ਦੇ ਆਪਾਂ ਦਿਮਾਗ ਵਿੱਚ ਕਿਸ ਤਰ੍ਹਾਂ ਪਾਵਾਂਗੇ ਕਿ ਅਸੀਂ ਸੱਚੇ ਹਾਂ? ਤੁਸੀਂ ਇਹ ਮੰਨ ਕੇ ਚੱਲੋ ਕਿ ਹਰ ਬੰਦਾ ਤੁਹਾਨੂੰ ਪੋਜ਼ਿਟਿਵ ਕਮੈਂਟ ਨਹੀਂ ਕਰ ਸਕਦਾ। ਜੇ ਤੁਸੀਂ ਸਿਆਸਤ ਦੇ ਵਿੱਚ ਹੋ ਤੇ ਤੁਸੀਂ, ਤੁਹਾਡੇ ਮਤਲਬ ਚਾਹਣ ਵਾਲੇ ਵੀ ਹੋਣਗੇ ਤੇ ਤੁਹਾਡੇ ਦੂਜੀ ਪਾਰਟੀ ਨਾਲ ਜੁੜੇ ਲੋਕ ਵਿਰੋਧੀ ਵੀ ਹੋਣਗੇ। ਤੁਸੀਂ ਮਤਲਬ ਸੋਨੇ ਦੇ ਵੀ ਬਣ ਕੇ ਵਿਖਾ ਦਿਓ ਤੇ ਉਹਨਾਂ ਤੁਹਾਨੂੰ ਮਾੜਾ ਹੀ ਲਿਖਣਾ। ਤੁਹਾਡੇ ਬੰਦੇ ਇਹੋ ਜਿਹੇ ਹੋਣਗੇ ਵੀ ਤੁਸੀਂ ਕੁੱਤੇ ਤੋਂ ਕੁੱਤਾ ਕੰਮ ਕਰਦੇ ਹੋ ਤੇ ਉਹਨਾਂ ਥੱਲੇ ਅੰਗੂਠਾ ਹੀ ਬਣਾਉਣਾ ਵੀ ਭਾਜੀ ਵੈਰੀ ਗੁੱਡ। ਮਤਲਬ ਇਹਨਾਂ ਚੀਜ਼ਾਂ ਦੇ ਉੱਤੇ ਵਿਚਾਰ ਕਰਨ ਦੀ ਲੋੜ ਨਹੀਂ ਹੈਗੀ। ਮੈਂ ਕਹਿੰਦਾ ਕਿਸੇ ਵੀ ਪ੍ਰੋਫੈਸ਼ਨ 'ਚ ਹੋ, ਜੇ ਤੁਸੀਂ ਕੋਈ NGO ਚਲਾਉਂਦੇ ਤੇ ਤੁਹਾਡੀ ਟੱਕਰ ਦੇ ਉੱਤੇ ਵੀ ਕੋਈ NGO ਹੋਊਗਾ ਤੁਹਾਡੇ ਤੋਂ ਨਫ਼ਰਤ ਕਰਦਾ ਹੋਊਗਾ। ਇਹਨਾਂ ਚੀਜ਼ਾਂ ਨੂੰ ਛੱਡੋ, ਆਪਣੇ ਮਨ ਦੀ ਸੰਤੁਸ਼ਟੀ ਲਈ ਤੇ ਕਰੋ ਨਾ। ਮੈਂ ਚੰਗਾ ਕੀਤਾ। ਸਵਾਲ, ਨਵਜੋਤ ਸਿੰਘ ਸਿੱਧੂ ਦਾ ਭਵਿੱਖ ਕੀ ਹੈ? ਨਵਜੋਤ ਸਿੰਘ ਜਾਣਗੇ ਕਿਹਾ ਜਾ ਰਿਹਾ ਕਿ ਬੜੀ ਜਗ੍ਹਾ ਆਵਾਜ਼ਾਂ ਆਂਦੀ ਹੈ, ਇੱਧਰ ਜਾਣਗੇ ਉੱਧਰ ਜਾਣਗੇ, ਲੱਗਦਾ ਕੋਈ ਘਰ ਖੋਲਾ ਦਰਵਾਜ਼ਾ? ਮੈਂ ਨਵਜੋਤ ਸਿੰਘ ਸਿੱਧੂ ਨੂੰ ਇੱਕ ਸਲਾਹ ਦਿੰਦਾ ਕਿ ਤੁਹਾਡਾ ਜਿਸ ਤਰ੍ਹਾਂ ਦੀ ਤੁਹਾਡੀ ਫਿਤਰਤ ਹੈ, ਲੜਾਈ ਝਗੜਾ ਸਾਰਾ ਕੁਝ ਕਰਨਾ। ਪ੍ਰੇਮ ਚੋਪੜਾ ਬੁੱਢਾ ਹੋ ਗਿਆ ਤੇ ਉਹਦੀ ਥਾਂ ਦੇ ਉੱਤੇ ਫਿਲਮਾਂ ਦੇ ਵਿੱਚ ਜਾ ਕੇ ਮੰਨ ਲਓ ਤੁਹਾਡਾ ਕੰਮ ਹੀ ਮਤਲਬ ਲੋਕਾਂ ਨੂੰ ਤੰਗ ਪਰੇਸ਼ਾਨ ਕਰਨਾ ਤੇ ਵਿਲਨ ਵਾਲੇ ਰੋਲ ਕਰਨਾ। ਉੱਥੇ ਕਿਤੇ ਆਪਣੀ ਜਿਹੜੀ ਉਹ ਹੱਥ ਜਮਾਈ ਜਾਂ ਜ਼ੋਰ ਜਮਾਈ ਕਰੋ, ਤੁਹਾਡੇ ਆਪਣੇ ਭਵਿੱਖ ਦੀ ਅਜਮਾਇਸ਼ ਕਰੋ। ਪੋਲੀਟਿਕਸ ਦੇ ਵਿੱਚ ਤੁਸੀਂ ਫਿੱਟ ਨਹੀਂ ਹੈਗੇ, ਤੁਸੀਂ ਕਿਸੇ ਨੂੰ ਨਾਲ ਲੈ ਕੇ ਨਹੀਂ ਚੱਲ ਸਕਦੇ। ਈਰਖਾ ਪਸੰਦ ਮਤਲਬ ਤੁਸੀਂ ਲੋਕ ਹੋ। ਇਹ 3-4 ਜਣੇ ਪੰਜਾਬ ਦੇ ਪੋਲੀਟੀਸ਼ੀਅਨ ਇਹੋ ਜਿਹੇ ਨੇ ਜਿਹੜੇ ਕਿਸੇ ਨੂੰ ਵੀ ਮਤਲਬ ਬਰਦਾਸ਼ਤ ਨਹੀਂ ਕਰ ਸਕਦੇ। ਭਵਿੱਖ ਉਹਨਾਂ ਦਾ ਉਹ ਇੱਕ ਬਾਲ ਹੈ, ਮਤਲਬ ਉਹਦੇ ਚਿਹਰੇ ਤੋਂ ਦੇਖਿਆ ਜਾਵੇ ਤਾਂ ਮਤਲਬ ਲੱਗਦਾ ਹੈ ਕਿ ਸੈਲੀਬ੍ਰਿਟੀ ਆ। ਉਹਨੂੰ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਵੀ ਉਹ ਸਿਆਸਤ ਦੇ ਵਿੱਚ ਮਰ ਗਿਆ। ਉਹ ਆਉਂਦਾ ਭਗਾਨੇ ਵਾਂਗੂ, ਜਿੱਦਾਂ ਗੁਬਾਰਾ ਫੁੱਲਦਾ ਨਾ, ਉਹਦੇ ਵਿੱਚ ਆਪਾਂ ਭਰਦੇ ਆ ਗੈਸ ਜਿਹੜੀ ਸਿਲੰਡਰ ਵਾਲੀ ਆ, ਉਹ TC ਤੇ ਜਾਂਦਾ ਤੇ ਜਦੋਂ ਸ਼ਾਮ ਨੂੰ ਗੈਸ ਘਟਦੀ ਆ ਤੇ ਕਿਸੇ ਪੈਲੀ ਦੇ ਵਿੱਚ ਮੂੰਹ ਦੇ ਮੂੰਹ ਡਿੱਗਾ ਹੁੰਦਾ। ਉਹ ਇੱਕ ਵਾਰੀ ਚੜ੍ਹਦੇ ਜ਼ਰੂਰ ਨੇ, ਫਿਰ ਸ਼ਾਮਾਂ ਤੱਕ ਡਿੱਗ ਪੈਂਦੇ ਨੇ। ਆਪਣੇ ਮਨ ਦੇ ਵਿੱਚ ਸਥਿਰਤਾ ਲਿਆਓ, ਆਪਣੇ ਮਨ ਦੇ ਵਿੱਚ ਜਿਹੜੇ ਉਬਾਲ ਆਉਂਦੇ ਨੇ ਨਾ ਤੁਹਾਡੀ
ਛਾਵਾਂ ਦੇ ਉਹਨਾਂ ਨੂੰ ਘੱਟ ਕਰੋ ਔਰ ਪੰਜਾਬ ਦੇ ਬਾਰੇ ਸੋਚੋ। ਲੋਕਾਂ ਨੇ ਤੁਹਾਨੂੰ ਬੜੀ ਵਾਰੀ ਸਿਰੇ ਚੜਾਇਆ, ਤੁਹਾਨੂੰ ਮਤਲਬ ਲੱਖ ਲੱਖ ਵੋਟ ਪਾ ਕੇ ਜਿਤਾਇਆ ਤੇ ਤੁਸੀਂ ਗੱਲਾਂ ਕਰਦੇ ਹੋ ਮੁੜ ਕੇ 6000 ਤੇ ਰਹਿ ਗਏ ਸੀ। ਤੁਸੀਂ ਗੱਲਾਂ ਕਰਦੇ ਹੋ ਕਿ ਮੈਨੂੰ ਅੰਮ੍ਰਿਤਸਰੋਂ ਟਿਕਟ ਨਹੀਂ ਮਿਲੀ। ਮੈਂ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ, ਤੁਸੀਂ ਅੰਮ੍ਰਿਤਸਰੋਂ ਇਲੈਕਸ਼ਨ ਲੜਨਾ ਹੀ ਨਹੀਂ ਸੀ ਚਾਹੁੰਦੇ। ਤੁਹਾਨੂੰ ਪਤਾ ਸੀਗਾ ਕਿ ਮੇਰਾ ਵੋਟ ਮਾਰਜਨ ਹੀ 3000 ਜਿਹੜਾ ਰਹਿ ਗਿਆ 15 ਲੱਖ ਦੀ ਆਬਾਦੀ ਦੇ ਵਿੱਚੋਂ। ਮਤਲਬ ਇਹ ਗੱਲਾਂ ਦੇ ਵਿੱਚ ਹੁਣ ਮੈਂ ਟਾਈਮ ਨਹੀਂ ਫਜ਼ੂਲ ਕਰਨਾ ਚਾਹੁੰਦਾ। ਤੁਸੀਂ ਆਪਣੇ ਸੁਭਾਅ ਦੇ ਵਿੱਚ ਠਰਮਾ ਲਿਆਓ ਔਰ ਪੰਜਾਬ ਦੀ ਸੇਵਾ ਲਿਆਓ। ਮੁੱਖ ਮੰਤਰੀ ਬਣਨਾ ਹੀ ਜ਼ਰੂਰੀ ਨਹੀਂ ਹੁੰਦਾ। ਤੁਸੀਂ ਮੁੱਖ ਮੰਤਰੀ ਦੇ ਤੌਰ ਤੇ ਬਾਹਰ ਕੰਮ ਕਰਕੇ ਸਰਕਾਰ ਕੋਲੋਂ ਕੰਮ ਕਰਵਾ ਕੇ ਤੁਹਾਡੀ ਏਡੀ ਉੱਚੀ ਆਵਾਜ਼ ਤੇ ਇੰਨੇ ਤੁਹਾਡੇ ਮਤਲਬ ਤੁਹਾਨੂੰ ਸੁਣਨ ਵਾਲੇ ਲੋਕ ਨੇ, ਤੁਸੀਂ ਉਹਦੇ ਉੱਤੇ ਪਹਿਰਾ ਦਿਓ। ਆਪਣਾ ਫਰਜ਼ ਉਸ ਤਰੀਕੇ ਪੂਰਾ ਕਰਦੇ ਰਹੋ। ਨਵਜੋਤ ਸਿੰਘ ਸਿੱਧੂ ਜੀ ਬਹੁਤ ਬਹੁਤ ਧੰਨਵਾਦ। ਇਹ ਸਨ ਮਨਦੀਪ ਸਿੰਘ ਮੰਨਾ ਜਿਨ੍ਹਾਂ ਦੇ ਨਾਲ ਖਾਸ ਚਰਚਾ ਕੀਤੀ ਹੈ ਪੰਜਾਬ ਦੀ ਸਿਆਸਤ ਨੂੰ ਲੈ ਕੇ। ਤਾਂ ਨਵਜੋਤ ਸਿੰਘ ਸਿੱਧੂ ਦਾ ਭਵਿੱਖ ਕੀ ਹੋਏਗਾ ਇਹ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ, ਪਰ ਇਸ ਵਕਤ ਪੰਜਾਬ ਦੀ ਡੋਰ ਕਿਸ ਦੇ ਹੱਥ ਵਿੱਚ ਹੈ ਉਹਦਾ ਅੰਦਾਜ਼ਾ ਤੁਸੀਂ ਖੁਦ ਲਗਾ ਸਕਦੇ ਹੋ। ਕੈਮਰਾਮੈਨ ਦਿਲੀਪ ਦੇ ਨਾਲ ਸੁਖਚੈਨ ਸਿੰਘ, ਡੇਲੀ ਪੋਸਟ ਪੰਜਾਬੀ, ਅੰਮ੍ਰਿਤਸਰ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੋਵਿਡ ਨੂੰ ਮੁੱਖ ਰੱਖਦੇ ਹੋਏ ਬਹੁਤ ਸਾਰੇ ਪਰਿਵਾਰ ਔਰ ਵਿਦਿਆਰਥੀ ਟਰੈਵਲ ਨਹੀਂ ਕਰਨਾ ਚਾਹੁੰਦੇ, ਬਟ ਨਾਟ ਟੂ ਵਰੀ, ਪਿਰਾਮਿਡ ਈ ਸਰਵਿਸਿਜ਼ ਹੁਣ ਲੈ ਕੇ ਆਇਆ ਹੈ ਪਿਰਾਮਿਡ ਆਨਲਾਈਨ ਪੋਰਟਲ, ਜਿਹਦੇ ਰਾਹੀਂ ਤੁਸੀਂ ਹਜ਼ਾਰਾਂ ਪ੍ਰੋਗਰਾਮ ਕੈਨੇਡਾ ਦੇ ਸੈਂਕੜੋਂ ਕਾਲਜ ਔਰ ਹਜ਼ਾਰਾਂ ਪ੍ਰੋਗਰਾਮ ਹੁਣ ਆਪਣੇ ਮੋਬਾਈਲ ਦੇ ਥਰੂ ਸਰਚ ਕਰ ਸਕਦੇ ਹੋ। अपनी एलिजिबिलिटी, अपनी प्रोफाइल क्रिएट करके अपनी 10th 12th हाईएस्ट क्वालिफिकेशन IELTS स्कोर पा के ਕਿਹੜੇ ਕਾਲਜਸ ਤੁਹਾਨੂੰ ਦਾਖਲਾ ਦੇਣਗੇ, ਕਿਹੜੇ ਕਾਲਜਸ ਵਿੱਚ ਅਪਕਮਿੰਗ ਇਨਟੇਕਸ ਵਿੱਚ ਦਾਖਲੇ ਚੱਲ ਰਹੇ ਹੈ, ਇਹ ਆਪਣੇ ਮੋਬਾਈਲ ਰਾਹੀਂ ਕੰਪਿਊਟਰ ਰਾਹੀਂ ਤੁਸੀਂ ਚੈੱਕ ਕਰਕੇ ਆਪਣੀ ਪ੍ਰੋਫਾਈਲ ਕ੍ਰੀਏਟ ਕਰਕੇ ਆਪਣਾ ਦਾਖਲਾ ਅਪਲਾਈ ਕਰ ਸਕਦੇ ਹੋ। ਸੋ ਇੱਕ ਕੰਸਲਟੈਂਟ ਦਾ ਆਫਿਸ ਹੁਣ ਸਾਡੀ ਫਿੰਗਰ ਟਿਪਸ ਤੇ ਹੈ, ਕਿਤੇ ਵੀ ਜਾਣ ਦੀ ਲੋੜ ਨਹੀਂ। pyramidvisa.com ਜਾਂ pyramidservices.com ਰਾਹੀਂ ਵੈਬਸਾਈਟ ਤੇ ਜਾ ਕੇ ਪ੍ਰੋਗਰਾਮ ਸਰਚ ਕਰੋ, ਯੂਨੀਵਰਸਿਟੀ ਸਰਚ ਕਰੋ, ਪ੍ਰੋਫਾਈਲ ਕ੍ਰੀਏਟ ਕਰੋ ਔਰ ਅੱਜ ਹੀ ਆਪਣਾ ਦਾਖਲਾ ਅਪਲਾਈ ਕਰੋ। ਔਰ ਨਾਲ ਦੀ ਨਾਲ ਵੀਜ਼ੇ ਦੀ ਸੇਵਾਵਾਂ ਵੀ ਪੋਰਟਲ ਰਾਹੀਂ ਦਿੱਤੀਆਂ ਜਾਣਗੀਆਂ।